सत श्री अकाल जी। RPD 24 ਟੈਲੀਵਿਜ਼ਨ देख रहे। सत श्री अकाल जी। RPD 24 ਟੈਲੀਵਿਜ਼ਨ ਦੇ ਨਾਲ ਤੁਸੀਂ ਇੱਕ ਵਾਰ ਫਿਰ ਜੁੜੇ ਹੋ। ਅਸੀਂ ਸਿੰਘੂ ਬਾਰਡਰ ਤੇ ਮੌਜੂਦ ਹਾਂ। ਸਿੰਘੂ ਬਾਰਡਰ ਤੇ ਕਿਸਾਨਾਂ ਤੇ ਹਮਲਾ ਕੀਤਾ ਗਿਆ ਤੇ ਉਹ ਤਸਵੀਰਾਂ ਦਿਖਾਉਂਦੇ ਆ। ਇਹ ਟੈਂਟ ਨੂੰ ਤੋੜਿਆ ਗਿਆ। ਦੇਖੋ ਇਸ ਟੈਂਟ ਦੀ ਤੋੜਫੋੜ ਕੀਤੀ ਗਈ ਉਹਨਾਂ RSS ਦੇ ਲੋਕਾਂ ਵੱਲੋਂ। ਔਰ ਇਹ ਦੇਖੋ ਪੱਥਰਬਾਜ਼ੀ, ਇਹ ਪੱਥਰ, ਇਹ ਦੇਖੋ पत्थर किवें लंगर ते मारे गए। ये सोटे आ देखो पत्थर, वड्डे वड्डे पत्थर। मैं एक मिनट आ गया जी तुहाडे कोल। पत्थर, ये पत्थर लंगर इत्थे संगत लंगर छक रही सी तो इत्थे लंगर छकदियां ते पत्थरबाजी हुई है। अज इत्थे सिंह साहब प्रशादा छक रहे हैं। इत्थे इसे तरीके संगत बैठी सी, वड्डी गिनती संगत बैठी सी ते वाशिंग मशीनां भन्नियां जी। तो दर्शकों आवाज़ तुहाडे तक आ रही है कि नहीं आ रही, जरूर दस्सिओ बाई। तुहाडे दर्शकों आवाज़ तुहाडे तक आ रही है कि नहीं। अगली गलबात मैं फिर शुरू करूँ, पहला आडियो दसो, आवाज़ दसो आ रही है कि नहीं, क्योंकि नैटवर्क की बड़ी समस्या है। फिर भी असीं जिन्नी क गलबात हो सकती है तुहाडे तक पहुँचाउण की कोशिश करते हैं। आडियो बारे दसो तो तस्वीरां तुहानूं दिखा दिंदे आ। ये पत्थरबाजी, ये पत्थर मारे गए। गलबात भी करांगे इत्थे किसानां दे नाल, नौजवानां दे नाल। तां होर भन्न तोड़ कीती गई वाशिंग मशीनां दी। वाशिंग मशीनां देखो, आ देखो ये टेंट लगा सी वाशिंग मशीनां नूं ढकण वास्ते भी उत्थे कपड़े जिहड़े धोए जांदे सी। ये भन्न तोड़ करती। आ तुसीं सामने वो टेबल देख रहे हो, वाशिंग मशीनां चूर चूर कर दित्तियां। तां नौजवानां नाल एक बार गलबात करदे आ। बाई जी की हालात आ हुण दे इत्थों दे? हालात जी साडे ਵੱਲੋਂ ਤਾਂ ਪੂਰੇ ਸ਼ਾਂਤੀਪੂਰਵਕ ਨੇ। ਸੋ ਜੋ ਸਰਕਾਰੀ ਮਤਲਬ ਕਹਿ ਲਓ ਗੁੰਡਾਗਰਦੀ ਹੈਗੀ ਆ, ਉਹ ਸਰਕਾਰ ਵੱਲੋਂ ਕੁਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਸੋ ਅੱਜ ਸਵੇਰੇ ਵੀ 200-250 ਬੰਦਾ ਇਕੱਠਾ ਕਰ ਇੱਕ ਵਾਰ ਤੁਹਾਡੇ ਕੋਲ ਫਿਰ ਆਉਣਾ ਤੇ ਉਧਰ ਤਸਵੀਰਾਂ ਦਿਖਾ ਦਾਂ ਇੱਕ ਵਾਰ। ਜਿਹੜਾ ਟੈਂਟ ਲੱਗਾ ਸੀ ਇਹ ਕਿਸਾਨਾਂ ਦਾ ਟੈਂਟ ਸੀ। ਇਹ ਵੱਡਾ ਟੈਂਟ ਸੀ। ਮੈਂ ਗੱਲਬਾਤ ਕਰਦਾ ਤਾਂ ਪੈਟਰੋਲ ਬੰਬ ਬਣਾ ਕੇ ਵੀ ਸਿੱਟੇ ਗਏ ਕਿਸਾਨਾਂ ਤੇ। ਪੈਟਰੋਲ ਬੰਬ ਬਣਾ ਕੇ ਸਿੱਟੇ ਗਏ। ਟਰਾਲੀ ਦੇ ਵਿੱਚ ਉਹ ਪੈਟਰੋਲ ਬੰਬ ਡਿੱਗਿਆ, ਉੱਥੇ ਅੱਗ ਲੱਗ ਜਾਣੀ ਸੀ, ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ। ਤਾਂ ਦੇਖੋ ਹੁਣ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਹ ਸਿਰਫ ਖਾਨਾ ਪੂਰਤੀ ਕੀਤਾ ਜਾ ਰਿਹਾ, ਖਾਨਾ ਪੂਰਤੀ ਇਹ ਸਭ ਕੁਝ ਕੀਤਾ ਜਾ ਰਿਹਾ। ਤਾਂ ਅੱਗੇ ਵੀ ਤੁਹਾਨੂੰ ਹੋਰ ਤਸਵੀਰਾਂ ਦਿਖਾਉਣਾ। ਤਾਂ ਬਾਈ ਜੀ ਵਾਸ਼ਿੰਗ ਮਸ਼ੀਨਾਂ ਕਿੱਧਰ ਗਈਆਂ? ਜਿਹੜੀਆਂ ਵਾਸ਼ਿੰਗ ਮਸ਼ੀਨਾਂ ਸੀ ਉਧਰ, ਤਾਂ ਉਧਰ ਮੈਂ ਵਾਸ਼ਿੰਗ ਮਸ਼ੀਨਾਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਤਾਂ ਇਹ ਗੁਰੂ ਦਾ ਲੰਗਰ ਸੀ ਜਿੱਥੇ ਦਿੱਲੀ ਦੇ ਲੋਕ ਆ ਕੇ ਵੀ ਲੰਗਰ ਛਕਦੇ ਸੀ ਤੇ ਇਸ ਲੰਗਰ ਤੇ ਅਟੈਕ ਹਮਲਾ ਕੀਤਾ ਗਿਆ। ਤਾਂ ਕੈਮਰਾਮੈਨ ਅੱਗੇ ਆਊਗਾ। ਹਾਂ ਤਾਂ ਬਿਲਕੁਲ ਪੱਥਰ ਇੱਕ ਵਾਰ, ਤਾਂ ਪੱਥਰ ਦੇਖੋ, ਇਹ ਆ ਪੱਥਰ ਪਿਆ। ਇਹ ਕਿੰਨੇ ਉਹ ਲੋਕ ਰੋੜੇ ਨਾਲ ਲੈ ਕੇ ਆਏ ਸੀ ਬੋਰੀਆਂ ਭਰ ਭਰ ਕੇ। ਤਾਂ ਕਿਸਾਨ ਆ ਦੇਖੋ ਇੰਟਰਲੌਕ, ਬਿਲਕੁਲ ਹਾਲੇ ਵੀ ਤਰਪਾਲਾਂ ਦੇ ਉੱਤੇ ਪੱਥਰ ਪਏ ਆ। ਤਾਂ ਦੱਬ ਕੇ ਸ਼ੇਅਰ ਕਰ ਦਿਓ ਹੁਣ, ਦੱਸ ਦਿਓ ਦੇਸ਼ ਭਰ ਦੇ ਕਿਸਾਨਾਂ ਨੂੰ। ਇਹਦੇ ਉੱਤੇ ਦੇਖੋ ਇਹ ਆ ਪੱਥਰ ਪਿਆ। ਆ ਦੇਖੋ ਇਹ ਜੇ ਟੋਏ ਤੋਂ ਪਤਾ ਲੱਗਦਾ ਪੱਥਰ ਪਿਆ। ਇੱਧਰ ਲੰਗਰ ਦੇ ਵਿੱਚ, ਦਾਲਾਂ ਦੇ ਵਿੱਚ। ਤੇ ਆ ਦੇਖੋ ਕਿੰਨੀਆਂ ਕਿੰਨੀਆਂ ਇੱਟਾਂ ਵੱਜੀਆਂ। ਆ ਪੀਪੇ, ਆ ਪੀਪੇ ਵਿੰਗੇ ਕੀਤੇ ਗਏ, ਪੱਥਰ ਪਏ ਆ। ਆ ਦੇਖੋ ਇਹ 2.5 ਕਿਲੋ ਦੀਆਂ ਇੱਟਾਂ, 2.5 ਕਿਲੋ ਦੀਆਂ ਇੰਟਰਲੌਕ ਦੀਆਂ ਇੱਟਾਂ ਕਿਸਾਨਾਂ ਦੇ ਸਿਰਾਂ 'ਚ ਮਾਰੀਆਂ ਗਈਆਂ। ਬਿਲਕੁਲ ਆ ਬਰਤਨ ਬਣਿਆ। ਜਿਹੜੇ ਕਿਸਾਨ ਜ਼ਖਮੀ ਹੋਇਆ, ਤਾਂ ਬਿਲਕੁਲ ਜਿਹੜੇ ਕਿਸਾਨ ਜ਼ਖਮੀ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ। ਤਾਂ ਨਿੰਦਰ ਇੱਧਰ ਨੂੰ ਆ ਜਾ। ਹੱਥ ਕੋਲਾ ਵੀ ਇੱਥੇ ਲੰਗਰ ਚਾਇਆ ਜੀ, ਉਹ ਇੱਥੇ ਮੁੰਡੇ ਕੋਲ ਲਈ ਫਿਰਦਾ ਵਿਖਾਉਣ ਡਿਆ ਸੀ। ਗੈਸ ਕੋਲੇ, ਗੈਸ ਅਥਰੂ ਗੈਸ। ਆ ਦੇਖੋ ਇਹ ਲੰਗਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ, ਸ਼ਰੇਆਮ ਗੁੰਡਾਗਰਦੀ। ਆ ਦੇਖੋ ਸਭ ਕੁਝ ਭੰਨ ਤੋੜਤਾ RSS ਦੇ ਗੁੰਡਿਆਂ ਨੇ, ਮੋਦੀ ਸਰਕਾਰ ਦੇ ਗੁੰਡਿਆਂ ਨੇ ਕਿਸ ਤਰ੍ਹਾਂ ਕਿਸਾਨਾਂ ਨੂੰ ਜਲੀਲ। ਆ ਦੇਖੋ ਇਹ ਆ ਵਾਸ਼ਿੰਗ ਮਸ਼ੀਨਾਂ ਦੀ ਭੰਨ ਤੋੜ ਕੀਤੀ ਗਈ ਆ। ਆ ਚੱਕੋ, ਆ ਚੱਕੋ ਢੱਕਣ। ਆ ਦੇਖੋ ਅਲੱਗ। ਇਹਨਾਂ ਮਸ਼ੀਨਾਂ ਦਾ ਕੀ ਕਸੂਰ ਸੀ? ਨਾ ਇਹਨਾਂ ਮਸ਼ੀਨਾਂ 'ਚ ਜਾਨ ਸੀ, ਨਾ ਇਹ ਮਸ਼ੀਨਾਂ ਖਾਲਿਸਤਾਨ ਦੀਆਂ ਸੀ, ਨਾ ਅੱਤਵਾਦੀਆਂ ਦੀਆਂ ਸੀ। ਇਹ ਤਾਂ ਕੱਪੜੇ ਧੋ ਰਹੀਆਂ ਸੀ, ਇਹਨਾਂ ਤੋਂ ਕੱਪੜੇ ਧੋਤੇ ਜਾਂਦੇ ਸੀ। ਕਿਉਂ ਤੋੜੀਆਂ ਗਈਆਂ ਇਹ ਮਸ਼ੀਨਾਂ? ਪੁਲਿਸ ਕਿਉਂ ਰਲੀ? ਪੁਲਿਸ ਆਪਣੀ ਕਸਟਡੀ ਦੇ ਵਿੱਚ ਉਹਨਾਂ ਲੋਕਾਂ ਨੂੰ ਲੈ ਕੇ ਆਈ ਆ ਇੱਥੋਂ ਤੱਕ। ਤਾਂ ਇੱਥੋਂ ਤੱਕ ਪੁਲਿਸ ਉੱਥੋਂ 7 ਨਾਕੇ ਭੰਨੇ। 7 ਨਾਕੇ ਕਿਵੇਂ ਬਣ ਸਕਦੀ ਹੈ ਪੁਲਿਸ? ਤਾਂ ਦੇਖੋ ਪਾਈਪਾਂ ਤੱਕ ਨਹੀਂ ਛੱਡੀਆਂ ਉਹਨਾਂ ਗੁੰਡੇ ਲੋਕਾਂ ਨੇ। ਐਡੀ ਗੁੰਡਾਗਰਦੀ, ਐਡਾ ਗੁੰਡਾਗਰਦੀ। ਤਾਂ ਗੱਲਬਾਤ ਉਹਨਾਂ ਕਿਸਾਨਾਂ ਨਾਲ ਕਰਾਂਗੇ ਜਿਹੜੇ ਜ਼ਖਮੀ ਹੋਇਆ। ਚਲੋ ਆਓ ਤੁਹਾਨੂੰ ਲੈ ਕੇ ਚੱਲਦੇ ਆ। ਗੋਲੇ ਸਿੱਟੇ, ਅੱਗ ਲੱਗੀ ਹੋਈ ਉੱਥੇ, ਉਹ ਜਾ ਕੇ ਦੇਖੋ ਜੀ ਅੰਦਰ, ਉੱਥੇ ਗੋਲੇ ਅੱਗ ਲੱਗੀ ਹੋਇਆ। ਅੱਗ ਲੱਗੀ ਵੀ ਮੈਂ ਤੁਹਾਨੂੰ ਦਿਖਾਉਣਾ। ਤਾਂ ਮੈਂ ਕੈਮਰਾਮੈਨ ਮੇਰੇ ਨਾਲ ਚੱਲੂਗਾ। ਤਾਂ ਬਿਲਕੁਲ ਸਾਂਝੀਵਾਲ ਤਾਂ
ਤਾਂ ਵੇਖੋ ਐਡੀਆਂ ਐਡੀਆਂ ਇੱਟਾਂ ਪੱਥਰ ਪਤਾ ਨਹੀਂ ਕਿੱਥੋਂ ਲੋਕ ਲੈ ਕੇ ਆਏ ਆ ਕਿੱਡੀ ਵੱਡੀ ਗੁੰਡਾਗਰਦੀ ਕੀਤੀ ਗਈ ਆ ਜੀ। ਖਲੂਰ ਦਿੱਤਾ ਵਾ ਜੋ ਵੀ ਹੈਗਾ ਸਭ ਖਲਾਰ ਖਲੂਰਤਾ ਭੰਨ ਤੋੜ ਬਹੁਤ ਕੀਤੀ ਆ। ਲੰਗਰ ਦਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਆਏ। ਕਿਸਾਨ ਭਰਾਵੋ ਏਕੇ 'ਚ ਰਹਿਣ ਦੀ ਲੋੜ ਹੈ, ਉਹ ਏਕੇ 'ਚ ਰਹੋ, ਏਕੇ 'ਚ ਰਹਿਣ ਦੀ। ਤਾਂ ਉਧਰ ਕੀ ਚੱਲ ਰਿਹਾ ਫਿਰ ਦਿਖਾਉਂਦੇ ਤੁਹਾਨੂੰ ਕੀ ਚੱਲ ਰਿਹਾ ਇੱਧਰ। ਤਾਂ ਗੱਲ ਤਾਂ ਦੇਖੋ ਤਾਂ ਕੀ ਚੱਲ ਰਿਹਾ ਫਿਰ ਦੁਬਾਰਾ। ਪੁਲਿਸ ਹਮੇਸ਼ਾ ਧੱਕਾਸ਼ਾਹੀ ਕਰ ਰਹੀ ਹੈ। ਨਿਹੰਗ ਸਿੰਘ ਗੱਲਬਾਤ ਕਰ ਰਿਹਾ, ਨਿਹੰਗ ਸਿੰਘ ਮੀਡੀਆ ਦੇ ਨਾਲ ਗੱਲਬਾਤ, ਤਾਂ ਗੋਦੀ ਮੀਡੀਆ ਵੀ ਨਾਲ ਹੀ ਆਇਆ। ਤੇ ਵੇਖੋ ਹੱਥ ਮਾਰੇ ਜਾਇਆ, ਇਹ ਦੇਖੋ ਬੁਲਾਇਆ ਜਾ ਰਿਹਾ ਜੀ। ਆ ਲੇਡੀ ਦਾ ਆਰਾਮ ਕਰ ਅੰਦਰ ਅੱਗ ਲੱਗੀ ਭਾਜੀ ਉੱਤੇ ਦੇਖੋ ਅੰਦਰ ਉਹਨੇ ਹਮਲਾ ਕੀਤਾ ਇਹਦੇ ਉੱਪਰ। ਤਾਂ ਸੁਰੱਖਿਆ ਬਲਾਂ ਨੂੰ ਬੁਲਾਇਆ ਜਾ ਰਿਹਾ ਕਿ ਅੱਗੇ ਨੂੰ ਆ ਜਾਓ। ਦੇਖੋ ਸੁਰੱਖਿਆ ਬਲ ਤਾਂ ਨਿਹੰਗ ਸਿੰਘ ਦੇਖੋ ਜੀ ਤਾਂ ਦੇਖੋ ਬੈਰੀਕੇਡ ਵੀ ਭੰਨੇ ਆ। ਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਕੀਤਾ, ਇਹ ਬੈਰੀਕੇਡ ਉਹਨਾਂ ਲੋਕਾਂ ਨੇ ਭੰਨੇ ਆ, ਬੈਰੀਕੇਡਾਂ ਦਾ ਨੁਕਸਾਨ ਕੀਤਾ। ਰਜਾਈਆਂ ਨੂੰ ਅੱਗ ਲਾਈ ਗਈ ਆ। ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ। ਆ ਦੇਖੋ ਮੈਂ ਇਸੇ ਥਾਂ ਤੇ ਖੜ ਕੇ ਬੈਕ ਨੂੰ ਹੀ ਥੋੜਾ ਜਿਹਾ ਇਸੇ ਥਾਂ ਤੇ ਖੜ ਕੇ ਮੈਂ ਕਵਰ ਕਰ ਰਿਹਾ ਸੀ, ਇਸੇ ਥਾਂ ਤੇ ਖੜਾ ਸੀ ਮੌਕੇ ਦੇ ਹਾਲਾਤ। ਤੇ ਇੱਥੇ ਖੜੇ ਤੇ ਮੇਰੇ ਵੀ ਪੱਥਰ ਲੱਤਾਂ ਦੇ ਵੱਜੇ। ਆ ਦੇਖੋ ਇਹ ਪੱਥਰ ਆ ਇੱਟਾਂ ਮੇਰੇ ਇੱਥੇ ਖੜੇ ਤੇ ਵੱਜੀਆਂ ਕਿਉਂਕਿ ਮੈਂ ਇੱਥੇ ਕਵਰ ਕਰ ਰਿਹਾ ਸੀ। ਆਰਪੀਡੀ ਟੀਵੀ ਨੂੰ ਟਾਰਗੇਟ ਕੀਤਾ। ਤਾਂ ਦੇਖੋ ਜਦੋਂ ਗੋਲੇ ਸਿੱਟੇ ਗਏ ਤਾਂ ਆ ਰਜਾਈਆਂ ਆ ਤਲਾਈਆਂ ਆ ਗਦੈਲੇ ਮੱਚ ਗਏ, ਆ ਗਦੈਲੇ ਵੀ ਮੱਚ ਗਏ ਕਿਸਾਨਾਂ ਦੇ, ਆ ਗਦੈਲੇ ਮੱਚ ਗਏ। ਦੇਖੋ ਤਾਂ ਆ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ। ਦੇਖੋ ਜੇ ਤੁਹਾਡੇ ਤੱਕ ਪਹੁੰਚੇ ਆ ਤਸਵੀਰ ਆ, ਇਧਰ ਨੂੰ ਛਾਂ ਵਾਲੇ ਪਾਸੇ ਨੂੰ ਕਰਕੇ ਦਿਖਾਈ, ਜ਼ੂਮ ਨਾ ਕਰੀ, ਇਦਾਂ ਹੀ ਦਿਖਾ ਦੀ। ਤੇ ਇਹ ਆ ਤਸਵੀਰ ਆ ਉਹ ਗੋਲਿਆਂ ਦੀ, ਅਥਰੂ ਗੈਸ ਦੇ ਗੋਲੇ। ਤਾਂ ਤੁਹਾਨੂੰ ਹੋਰ ਵੀ ਦਿਖਾਉਣਾ ਜੇ ਇੱਥੇ ਜ਼ਖਮੀ ਹੋਏ ਨੇ ਕਿਸਾਨ। ਇਧਰ ਕੀ ਚੀਜ਼ਾਂ ਲੇਡੀ ਸੁੱਤੀਆਂ ਪਈਆਂ ਜੀ ਪਿੱਛੋਂ ਹਮਲਾ ਕੀਤਾ। ਮਾਤਾ ਕੀ ਹੋਇਆ ਉਦੋਂ? ਮੈਂ ਅੰਦਰ ਸਾਂ, ਮੈਂ ਦੋ ਬੱਚੇ ਹੀ ਉਹ ਲੈ ਕੇ ਬਾਹਰ ਨਿਕਲੀ ਹੈ। ਮੈਂ ਬੱਚੇ ਹੀ ਦੋ ਤੇ ਉਹ ਬਾਹਰ ਲੈ ਕੇ ਨਿਕਲੀ ਇੱਥੇ। ਤੇ ਫਿਰ ਮੈਨੂੰ ਤੋਂ ਬਚ ਕੇ ਸੱਟ ਤਾਂ ਨਹੀਂ ਵੱਜੀ? ਨਹੀਂ ਸਾਡੀ, ਮੈਂ ਪਿੱਛੇ ਕਰਬਾਨਾ ਮਾਰ ਕੇ ਵੱਢ ਕੇ ਅੱਗ ਲਾ ਗਏ ਨਾ। ਅੱਗ ਲਾ ਕੇ ਬਿਲਕੁਲ ਦੇਖੋ ਆ ਦੇਖੋ ਸੱਟ ਵੱਜੀ। ਆ ਦੇਖੋ ਸਿੰਘ ਸਾਹਿਬ ਦੇ ਕਿਦਾਂ ਸੱਟ ਮਾਰੀ। ਕੀ ਮਾਰਿਆ ਸਿੰਘ ਸਾਹਿਬ? ਵੀਰ ਜੀ ਇਹ ਪਹਿਲਾਂ ਜਦੋਂ ਪੱਥਰਾ ਚੱਲਿਆ ਸੀ ਆਪਾਂ ਇੱਥੇ ਖਲੋਤੇ ਸੀ ਜਿਹੜੇ ਪੱਥਰਾ ਕੀਤਾ ਇਹਨਾਂ ਨੇ, ਔਰ ਮੈਂ ਇੱਕ ਬਜ਼ੁਰਗ ਨੂੰ ਬਚਾਉਂਦੇ ਆ ਔਰ ਮੇਰੇ ਤੇ ਆ ਕੇ ਬੱਚਾ ਜੀ ਬੱਟਾ ਜੀ। ਉਸ ਤੋਂ ਬਾਅਦ ਪੁਲਿਸ ਨੇ ਮੈਨੂੰ ਚੁੱਕ ਕੇ ਉੱਥੇ ਲੈ ਕੇ ਮੇਰੇ 3 ਲਾਠੀਆਂ ਮਾਰੀਆਂ ਨਾਲੇ। ਹੁਣ ਫੇਰ ਤਾਂ ਅੰਮ੍ਰਿਤਸਰ ਏਰੀਆ ਤੋਂ ਇੱਕ ਸਰਪੰਚ ਸਾਹਿਬ ਵੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰਪੰਚ ਸਾਹਿਬ ਦੇ ਸਿਰ ਦੇ ਵਿੱਚ ਇੱਟ ਵੱਜੀ ਆ, ਸਿਰ ਪਾਟ ਗਿਆ ਸਰਪੰਚ ਸਾਹਿਬ ਦਾ, ਗੱਲਬਾਤ ਕਰਾਂਗੇ। ਤਾਂ ਇੱਥੇ ਔਰਤਾਂ ਕੁਝ ਸੁੱਤੀਆਂ ਪਈਆਂ ਸੀ, ਤਾਂ ਔਰਤਾਂ ਕੁਝ ਸੁੱਤੀਆਂ ਪਈਆਂ ਸੀ ਇਸੇ ਤੰਬੂ ਦੇ ਵਿੱਚ ਔਰਤਾਂ ਸੁੱਤੀਆਂ ਪਈਆਂ ਸੀਗੀਆਂ। ਮਾਤਾ ਜੀ ਕੀ ਹੋਇਆ ਉਸ ਟਾਈਮ, ਕੀ ਹੋਇਆ? ਸਾਡੇ ਵੇਖੋ ਜੀ, ਸਾਡੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ। ਸਾਡੀਆਂ ਬੀਬੀਆਂ ਜਿਹੜੀਆਂ 80 ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਹੈਗੀਆਂ ਇੱਥੇ, ਠੀਕ ਆ। ਸਾਡੇ ਚਾਰ ਬੱਚੇ ਆ, 2 ਗੁੱਡੀਆਂ 2 ਕਾਕੇ, ਇੱਕ ਸਾਡੀ ਆ ਜਵਾਨ ਬੇਟੀ ਆ। ਇਹ ਨਿਰਭਇਆ ਕੇਸ ਜਿਹੜਾ ਵਾ ਇਹ ਪੁਲਿਸ ਜਿਹੜੀ ਆ ਇਹ ਫੇਰ ਦਰਾਉਣਾ ਚਾਹੁੰਦੀ ਆ ਸਾਨੂੰ। ਇਹਨਾਂ ਨੇ ਸਾਡੀ ਇੱਧਰ ਆਣ ਕੇ ਉਹਨਾਂ ਤੋਂ ਹੱਲਾ ਕਰਾਇਆ। ਸੇਫਟੀ ਦੇ ਵਿੱਚ ਲੈ ਕੇ ਆਉਂਦੀ ਪੁਲਿਸ, ਉਹਨਾਂ ਨੂੰ ਸੇਫਟੀ ਦੇ ਵਿੱਚ RSS ਵਾਲਿਆਂ ਨੂੰ ਘੇਰਾ ਘੱਟ ਕੇ ਲੈ ਕੇ ਆਉਂਦੇ ਆ। ਉਹ ਆਣ ਕੇ ਦੰਗਾ ਕਰਦੇ ਆ। ਉਹਨਾਂ ਆਣ ਕੇ ਆ ਵੇਖੋ ਜੀ ਸਾਡੇ ਰੈਣ ਬਸੇਰਾ ਪਾੜ ਛੱਡਿਆ, ਰੋੜੇ ਮਾਰੇ, ਪੱਥਰ ਮਾਰੇ, ਇੱਟੇ ਮਾਰੇ, ਸਾਡੀਆਂ ਇੱਥੇ ਅੱਗ ਲਾ ਦਿੱਤੀ। ਉਹ ਬਾਹਰ ਤਲਾਈ ਖੜੀ ਜੇ ਖਿੱਚ ਕੇ ਉਹਨਾਂ ਪੈਟਰੋਲ ਜਿਹੜੇ ਬੰਬ ਹੈਗੇ ਆ ਗੈਸ ਗੋਲੇ ਪੈਟਰੋਲ ਦੇ ਉਹ ਸੁੱਟੇ, ਉਹਦੇ ਨਾਲ ਅੱਗ ਲੱਗ ਗਈ ਆ। ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਜੀ ਸਾਡੇ ਇੱਥੇ ਰੈਣ ਬਸੇਰੇ ਨੂੰ ਅੱਗ ਲਾਉਣ ਦੀ। ਅਸੀਂ ਬੀਬੀਆਂ ਸਾਡੀਆਂ ਬਜ਼ੁਰਗਾਂ ਇੱਥੇ ਬਿਠਾਈਆਂ ਬੈਗਾਂ ਵਾਸਤੇ। ਸਾਡੀਆਂ ਉਹ ਬੀਬੀਆਂ ਜਿਹੜੀਆਂ ਅਸੀਂ ਮਾਤਾ ਮਸਾਂ ਹੀ ਇੱਥੋਂ ਕੱਢੀਆਂ ਬਾਹਰ ਸਾਡੇ ਵੀਰਾਂ ਨੇ। ਤੁਸੀਂ ਇਹ ਦੱਸੋ, ਹਾਂਜੀ, ਉਹ ਸਾਡੇ ਨਾਲ ਵੀ ਹੱਥੋਂ ਪਾਈ ਹੋਇਆ, ਸਾਡੇ ਵੀ ਉਹਨਾਂ ਨੇ ਰੋੜੇ ਮਾਰਿਆ, ਸਾਨੂੰ ਵੀ ਅੱਤਵਾਦੀ ਕਹਿੰਦੇ ਆ। ਪਹਿਲਾਂ ਇਹ ਦੱਸੋ ਵੀ ਆਪਾਂ ਅੱਤਵਾਦੀ ਆ? ਨਹੀਂ ਜੀ, ਅਸੀਂ ਬਿਲਕੁਲ ਕਿਸਾਨ ਆ, ਅਸੀਂ ਕਿਸਾਨ ਆ। ਸਾਨੂੰ ਇਹ ਅੱਤਵਾਦੀ ਬਣ ਤੇ ਮਜਬੂਰ ਕਰਦੇ ਆ। ਇਹੋ ਜਿਹੇ ਸ਼ਬਦ ਬੋਲਦੇ ਆ, ਸਾਨੂੰ ਅੱਤਵਾਦੀ ਬਣ ਤੇ ਮਜਬੂਰ ਕਰਦੇ ਆ। ਇਹ ਸਾਨੂੰ ਖਾਲਸਤਾਨੀ ਆਂਦੇ, ਕਦੀ ਸਾਨੂੰ ਕੁਛ ਕਹਿੰਦੇ। ਕੀ ਗੱਲ ਅਸੀਂ ਆਪਣਾ ਜਿਹਾ ਹੱਕ ਮੰਗਣ ਦਾ ਖਾਲਸਤਾਨੀ, ਜਿੱਦਣ ਇਹਨਾਂ ਵਾਸਤੇ ਲੜਦੇ ਹੋ ਉਦੋਂ ਅਸੀਂ ਚੰਗੇ ਆ। ਅੱਜ ਅਸੀਂ
ਖਾਲਸਤਾਨੀ ਹੋ ਗਏ, ਅੱਜ ਅਸੀਂ ਅੱਤਵਾਦੀ ਹੋ ਗਏ, ਅੱਜ ਅਸੀਂ ਚੀਨ ਨਾਲ ਰਲ ਗਏ ਆ, ਪਾਕਿਸਤਾਨ ਦੇ ਨਾਲ ਰਲ ਗਏ ਆ। ਬੜੀ ਛੇਤੀ ਇਹ ਲਾਉਣ ਜਾਣਦੇ ਆ। ਇਦਾਂ ਨਹੀਂ ਅਸੀਂ ਮੋਦੀਆਂ ਰਲਦੇ, ਅਸੀਂ ਨਹੀਂ ਪਾਏ ਤਾਂ ਖਾਲਸਤਾਨੀਆਂ ਬਣਦੇ। ਅਸੀਂ ਇੱਥੋਂ ਦੇ ਕਿਸਾਨ ਆ ਤੇ ਕਿਸਾਨ ਰਵਾਂਗੇ ਤੇ ਕਿਸਾਨ ਜਿੱਦਣ ਸਾਡਾ ਖਾਲਸਤਾਨ ਦਾ ਮਸਲਾ ਹੋਊ ਨਾ ਉਦੋਂ ਅਸੀਂ ਆਪੇ ਫੇਰ ਨਜਿੱਠ ਲਾਂਗੇ। ਇਹ ਅਜੇ ਸਾਡਾ ਕਿਸਾਨੀ ਦਾ ਮਸਲਾ ਆ, ਸਾਡਾ ਇੱਕ ਖਾਲਸਤਾਨ ਦਾ ਮਸਲਾ ਨਹੀਂ। ਮਾਤਾ ਉਹ ਚੈਲੰਜ ਕਰ ਰਹੇ ਵਾਰ-ਵਾਰ ਕੇ ਤੰਬੂ ਪੱਟ ਦੇਣੇ ਆ। ਇੱਕ ਦੋ ਤਿੰਨ ਟੈਂਟ ਆਪਣੇ ਪੱਟ ਗਏ ਆ, ਮਸ਼ੀਨਾਂ ਭੰਨ ਗਿਆ, ਰੋੜੇ ਸਿੱਟ ਗਿਆ, ਕਿਸਾਨਾਂ ਨੂੰ ਜ਼ਖਮੀ ਕਰ ਗਿਆ, ਲਾਠੀਆਂ ਚਲਾ ਗਿਆ, ਰੋੜੇ ਚਲਾ ਗਿਆ। ਵਾਰ-ਵਾਰ ਚੈਲੰਜ ਆ, ਜਾਂਦੇ ਹੋਏ ਕਹਿ ਕੇ ਗਏ ਆ, ਪੁਲਿਸ ਦੀ ਸੁਰੱਖਿਆ 'ਚ ਗਏ ਆ, ਸੁਰੱਖਿਆ ਘੇਰੇ 'ਚ ਗਏ ਆ, ਸਿਕਿਉਰਿਟੀ ਲੈ ਕੇ ਗਈ ਆ, ਕਹਿੰਦੇ ਆ ਕਿ ਅਸੀਂ ਪੱਟ ਦੇਣੇ ਆ ਤੰਬੂ। ਹਾਂਜੀ ਬਿਲਕੁਲ ਜੀ, ਉਹਨਾਂ ਨੂੰ ਕਹੋ ਜਿੰਨੀਆਂ ਗੋਲੀਆਂ ਮਾਰਨੀਆਂ ਗੋਲੀਆਂ ਮਾਰ ਲੈਣ, ਕਿਰਪਾਨਾਂ ਨਾ ਵੱਢਣੇ ਕਿਰਪਾਨਾਂ ਨਾ ਵੱਢ, ਸਿਰ ਦੇਣ ਨੂੰ ਤਿਆਰ ਆ। ਅਸੀਂ ਇੱਥੋਂ ਜਾਣਾ ਨਹੀਂ, ਆਪਣਾ ਹੱਕ ਲੈ ਕੇ ਜਾਵਾਂਗੇ। ਮੋਦੀ ਆਪਣਾ ਗੁੰਡੇ ਭੇਜਦਾ, ਮੋਦੀ ਆਪਣੇ ਗੁੰਡੇ ਭੇਜਣੇ ਬੰਦ ਕਰੇ, ਸਾਨੂੰ ਲਲਕਾਰੇ ਨਾ। ਅਸੀਂ ਮਰਾਂਗੇ, ਅਸੀਂ ਇੱਥੇ ਜੀਵਾਂਗੇ, ਮਰਾਂਗੇ, ਅਸੀਂ ਆਪਣੇ ਹੱਕਾਂ ਦੀ ਰਾਖੀ ਕਰਨੀ ਆ ਤੇ ਹੱਕ ਲੈ ਕੇ ਜਾਵਾਂਗੇ। ਮਾਤਾ ਕੀ ਕਹਿੰਦੀ? ਮਾਤਾ ਦੇਖੋ 80 90 ਸਾਲ ਦੀਆਂ ਮਾਤਾ ਨੇ। ਮਾਤਾ ਹਾਂ, ਸਾਡੇ ਹੱਕ ਦੇ ਦੇਵੇ ਤਾਂ ਅਸੀਂ ਕਦੀ ਨਹੀਂ ਲੜਦੇ। ਆਂਦੇ ਆ ਸੜਕ ਵਿਹਲੀ ਕਰ ਦੋ, ਸੜਕ ਵਿਹਲੀ ਕਰ ਦੋ। ਅਸੀਂ ਪੁੱਤ ਕਿਸ ਤਰ੍ਹਾਂ ਕਰੀਏ ਸੜਕ ਵਿਹਲੀ? ਅਸੀਂ ਕੀ ਦੱਸਾਂਗੇ? ਹਾਂ, ਸਾਡੇ ਇਹਨਾਂ ਨੇ ਤਾਂ ਬਿਲਕੁਲ, ਤਾਂ ਦੁਬਾਰਾ ਫੇਰ ਜਿਹੜੀ ਹਲਚਲ ਕੀਤੀ ਜਾ ਰਹੀ ਆ। ਤਾਂ ਇੱਕ ਭੈਣ ਵੀ ਸੀ ਇੱਥੇ ਇਸ ਟੈਂਟ ਦੇ ਵਿੱਚ, ਇਸ ਤੰਬੂ 'ਚ ਇੱਕ ਭੈਣ ਵੀ ਸੀਗੀ, ਤਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਆਖਿਰ ਹੋਇਆ ਕਿ ਜਦੋਂ ਭੈਣਾਂ ਅੰਦਰ ਸੁੱਤੀਆਂ ਪਈਆਂ ਸੀ ਤਾਂ ਭੈਣ ਕੀ ਹੋਇਆ ਸੀ ਉਸ ਟਾਈਮ? ਅਸੀਂ ਉਸ ਟਾਈਮ ਅੰਦਰ ਐਂਟਰ ਕਰ ਰਹੇ। ਵੈਸੇ ਇੱਕ ਵਾਰ ਤਸਵੀਰਾਂ ਦੁਬਾਰਾ ਫੇਰ ਦਿਖਾ ਦੇ। ਬੈਰੀਕੇਡਿੰਗ ਕਰਕੇ ਸਿਰਫ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਸੁਰੱਖਿਆ ਕੀਤੀ ਜਾ ਰਹੀ ਆ। ਹਾਲਾਂਕਿ ਇਹੀ ਪੁਲਿਸ ਉਹਨਾਂ ਗੁੰਡਿਆਂ ਨੂੰ ਸੁਰੱਖਿਆ ਦੇ ਕੇ, ਸਿਕਿਉਰਿਟੀ ਦੇ ਕੇ, ਪੁਲਿਸ ਦੀ ਲੌਬੀ ਦੇ ਵਿੱਚੋਂ ਲੋਕ ਆਉਂਦੇ ਨੇ ਤੇ ਇੱਥੇ ਹਮਲਾ ਕਰਦੇ ਨੇ। ਹਾਂਜੀ, ਅਸੀਂ ਨਾ ਜਦੋਂ ਐਂਟਰ ਅੰਦਰ ਕਰੇ ਸੀ, ਜਦੋਂ ਤੰਬੂ ਦੇ ਅੰਦਰ ਅਸੀਂ ਸਮਾਨ ਰੱਖਣ ਲਈ ਕੁਝ ਗਏ ਸੀ। ਅਸੀਂ ਆਪਣੇ ਬਿਸਤਰ ਕੋਲ ਜਮਾ ਪਹੁੰਚੇ ਹੀ ਸੀ ਕਿ ਬੈਕ ਸਾਈਡ ਸਾਨੂੰ ਲੱਗਿਆ ਕਿ ਕੋਈ ਖੜੇ ਹੋਇਆ ਔਰ ਆਵਾਜ਼ਾਂ ਕਰ ਰਹੇ ਪਾਈਪ ਨਾਲ, ਕੁਝ ਪਾਈਪਾਂ ਨੀਚੇ ਮਾਰੀਆਂ ਜਾ ਰਹੀਆਂ ਸੀ। ਫਿਰ ਜਦੋਂ ਅਸੀਂ ਆਵਾਜ਼ਾਂ ਸੁਣੀਆਂ ਔਰ ਮੈਂ ਇੱਥੇ ਬਾਹਰ ਦੋ ਅਸੀਂ ਵੀਰ ਖੜੇ ਕੀਤੇ ਹੋਏ ਸੀ ਜਿਹੜੇ ਕਿ ਸਾਡੀ ਸੇਫਟੀ ਲਈ, ਕਿਉਂਕਿ ਅੰਦਰ ਟੈਂਟ ਦੇ ਬਿਲਕੁਲ ਵੀ ਕੋਈ ਨਹੀਂ ਸੀ। ਅਸੀਂ ਸਭ ਸਟੇਜ ਤੇ ਬੈਠੇ ਸੀ। ਇਹ ਗੱਲ ਪੁਲਿਸ ਨੂੰ ਵੀ ਪਤਾ ਹੈ, ਸਾਡਾ ਜਿਸ ਟਾਈਮ ਸਟੇਜ ਹੁੰਦਾ ਅਸੀਂ ਸਾਰੇ ਉੱਥੇ ਹੀ ਬੈਠੇ ਹੋਈਦਾ, ਵੀਰ ਬੀਬੀਆਂ ਸਾਰੇ ਹੀ ਉੱਥੇ ਬੈਠੇ ਹੁੰਦੇ ਆ। ਔਰ ਇਹਨਾਂ ਨੇ ਕੀ ਕਰਿਆ ਫਿਰ ਬੈਰੀਕੇਡ ਤਾਂ ਹੁਣ ਬੈਰੀਕੇਡ ਲੱਗੇ ਹੋਏ ਆ, ਉਸ ਟਾਈਮ ਬੈਰੀਕੇਡ ਵੀ ਨਹੀਂ ਇਹਨਾਂ ਲਾਏ ਹੋਏ ਸੀ। ਉਹਨਾਂ ਨੇ ਪਿੱਛੋਂ ਪਾਈਪਾਂ ਨਾਲ ਸਾਰਾ ਤਰਪਾਲ ਫਾੜਿਆ ਗਏ, ਤੰਬੂ ਫਾੜੇ ਗਏ ਨੇ ਔਰ ਫਿਰ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਆ, ਜਿਹਦੇ ਕਰਕੇ ਇੱਥੇ ਤੁਸੀਂ ਰਜਾਈ ਵੀ ਦੇਖੀ ਹੋਣੀ, ਇੱਕ ਅੱਗ ਲੱਗ ਚੁੱਕੀ ਸੀ ਉਹਨੂੰ। ਅੱਗ ਲੱਗ ਚੁੱਕੀ ਸੀ। ਤਾਂ ਇੱਕ ਛੋਟਾ ਜਿਹਾ ਬੱਚਾ ਤੁਹਾਨੂੰ ਦਿਖਾਉਂਦੇ ਕੀ ਉਹ ਅੱਤਵਾਦੀ ਹੈ। ਇਹ ਬੱਚਾ ਛੋਟਾ ਜਿਹਾ, ਕੀ ਤੁਹਾਨੂੰ ਖਾਲਿਸਤਾਨ ਨਹੀਂ ਲੱਗਦਾ? ਕੀ ਇਸ ਬੱਚੇ ਦੇ ਹੱਥ ਸਟੇਨ ਗਨ ਫੜੀ ਹੈ? ਬੇਟਾ ਕਿੱਥੋਂ ਆ? ਵਲੀਪੁਰ ਤੋਂ ਤਰਨਤਾਰਨ ਜ਼ਿਲ੍ਹਾ। ਤੇ ਹਾਲਾਤ ਦੇਖਿਆ, ਮੌਕਾ ਦੇਖਿਆ ਸਾਰਾ? ਹਾਂਜੀ, ਕੀ ਹੋਇਆ ਮੌਕੇ ਤੇ? ਇਹਨਾਂ ਨੇ ਗੋਲੀਬਾਰੀ ਕੀਤੀ ਆ। ਇਹ ਹੁਣ ਏਦਾਂ ਗੋਲੀਬਾਰੀ ਨਾ ਡਰ ਕਰਨ। ਤਾਂ ਨਹੀਂ ਲੱਗਦਾ? ਨਹੀਂ, ਡਰ ਨਹੀਂ ਲੱਗਦਾ। ਜਦੋਂ ਚਾਰ ਸਾਹਿਬਜ਼ਾਦੇ ਨਹੀਂ ਡਰੇ ਤੇ ਅਸੀਂ ਕੀ ਚੀਜ਼ ਆ? ਅਸੀਂ ਵੀ ਨਹੀਂ। ਜ਼ਾਲਮਾਂ ਦਾ ਮੁਕਾਬਲਾ ਫਿਰ ਕਰੋਗੇ? ਹਾਂਜੀ, ਕਰਾਂਗੇ। ਤਾਂ ਛੋਟੇ ਛੋਟੇ ਬੱਚੇ ਵੀ ਕਹਿ ਰਹੇ ਆ ਅਸੀਂ ਅੱਤਵਾਦੀ ਨਹੀਂ ਆ, ਅਸੀਂ ਵੱਖਵਾਦੀ ਨਹੀਂ ਆ, ਇਹਨਾਂ ਜ਼ਾਲਮ ਸਰਕਾਰਾਂ ਦਾ ਮੁਕਾਬਲਾ ਕਰਾਂਗੇ। ਤੇ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਜਾਂਦਾ ਹੈ, ਉਹ ਗੁੰਡਿਆਂ ਵੱਲੋਂ, ਪੁਲਿਸ ਵੱਲੋਂ ਨਹੀਂ। ਪੁਲਿਸ ਨਾਲ ਰਲ ਜਾਂਦੀ ਹੈ ਉਹਨਾਂ ਲੋਕਾਂ ਦੇ। ਤਾਂ ਦੇਖੋ ਇਹ ਕਿਸਾਨ ਫਿਰ ਵੀ ਬੈਰੀਕੇਡਿੰਗ ਆਪਣੀ ਕਰੀ ਬੈਠੇ ਨੇ, ਆਪਣੀਆਂ ਡਾਂਗਾ ਸੋਟੀਆਂ ਦੇ ਨਾਲ, ਝੰਡਿਆਂ ਵਾਲੀਆਂ ਡਾਂਗਾਂ ਦੇ ਨਾਲ ਬੈਰੀਕੇਡਿੰਗ ਕੀਤੀ ਇਹਨਾਂ ਨੇ ਕਿ ਕਿਸਾਨ ਭਰਾਵੋ ਅੱਗੇ ਨਹੀਂ ਜਾਣਾ, ਇੱਥੇ ਹੀ ਰਹਿਣਾ, ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰਨਾ। ਤਾਂ ਕਿਸਾਨਾਂ ਨੇ, ਨਾ ਕਿਸਾਨਾਂ ਕੋਲ ਕੋਈ ਹਥਿਆਰ ਸੀ, ਨਾ ਕਿਸਾਨਾਂ ਕੋਲ ਕੋਈ ਰੋੜੇ ਸੀ, ਨਾ ਕਿਸਾਨਾਂ ਕੋਲ ਕੋਈ ਐਸੀ ਚੀਜ਼ ਸੀ ਕਿ ਉਹਨਾਂ ਲੋਕਾਂ ਦੇ ਮਾਰੀ ਜਾਂਦੀ। ਉਹ ਲੋਕ ਪੁਲਿਸ ਦੀ ਕਸਟਡੀ ਦੇ ਵਿੱਚ, ਪੁਲਿਸ ਦੀ ਲੌਬੀ ਦੇ ਵਿੱਚ ਖੜ ਕੇ ਇੱਧਰ ਕਿਸਾਨਾਂ ਤੇ ਲਾਠੀਚਾਰਜ ਕਰਦੇ ਨੇ, ਕਿਸਾਨਾਂ ਤੇ ਅਟੈਕ ਕਰਦੇ ਨੇ। ਆਹ ਦੇਖੋ ਕਿਸ ਤਰ੍ਹਾਂ ਦੁਬਾਰਾ ਬੈਰੀਕੇਡਿੰਗ ਫੇਰ ਕੀਤੀ ਜਾ ਰਹੀ ਹੈ। ਕਿਸਾਨ ਜਾਣੀ ਕਿ ਦਾਇਰਾ ਲਗਾਤਾਰ ਘਟਾਇਆ ਜਾ ਰਿਹਾ, ਦਾਇਰਾ ਛੋਟਾ ਕੀਤਾ ਜਾ ਰਿਹਾ ਲਗਾਤਾਰ। 7 ਬੈਰੀਕੇਡ ਭੰਨ ਕੇ ਉਹ ਲੋਕ ਇੱਥੋਂ ਤੱਕ ਪਹੁੰਚ ਜਾਂਦੇ ਆ। ਤਾਂ ਕਿਸਾਨ ਭਰਾਵੋ ਉੱਠਣ ਦੀ ਲੋੜ ਆ, ਜਾਗਣ ਦੀ ਲੋੜ ਆ। ਜੇ ਅੱਜ ਵੀ ਨਾ ਜਾਗੇ ਤਾਂ ਤੁਹਾਡੇ ਗਲਾਮੇ ਤੂੰ ਹੱਥ ਪਾਇਆ ਲਓ, ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਤਾਂ ਜ਼ਖਮੀ ਹੋਏ ਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਦੂਜੇ ਪਾਸੇ ਪੁਲਿਸ ਹੈ, ਕਈ ਤਰ੍ਹਾਂ ਦੀਆਂ ਟੁਕੜੀਆਂ ਲੱਗੀਆਂ ਨੇ ਫੌਜ ਦੀਆਂ, ਕਿਹਨਾਂ ਦਾ ਨਾਮ ਲਈਏ। ਅੱਜ ਜਿਨ੍ਹਾਂ ਨੇ ਸਾਨੂੰ ਸੁਰੱਖਿਆ ਦੇਣੀ ਸੀ ਉਹਨਾਂ ਨੇ ਵੀ ਗਦਾਰੀ ਕੀਤੀ ਆ ਕਿਸਾਨਾਂ ਦੇ ਨਾਲ। ਤਾਂ ਦੇਸ਼ ਭਰ ਦੇ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਜੂਝ ਰਹੇ ਨੇ। ਤਾਂ ਉਹਨਾਂ ਲੋਕਾਂ ਦਾ ਲਗਾਤਾਰ ਇਹੋ ਚੈਲੰਜ ਹੈ ਕਿ ਇਹਨਾਂ ਟੈਂਟਾਂ ਨੂੰ ਪੱਟ ਦੇਣਾ, ਇਹਨਾਂ
ਸਟੇਜਾਂ ਨੂੰ ਪੱਟ ਦੇਣਾ, ਇਹਨਾਂ ਕਿਸਾਨਾਂ ਨੂੰ ਭਜਾ ਦੇਣਾ, ਲਗਾਤਾਰ ਉਹੀ ਚੈਲੰਜ ਕਰ ਰਿਹਾ। ਤਾਂ ਦੇਸ਼ ਭਰ ਦੇ ਕਿਸਾਨਾਂ ਨੂੰ ਅਪੀਲ ਹੈ ਕਿ ਭਰਾਵੋ ਹੁਣ ਪਹੁੰਚਣ ਦਾ ਮੌਕਾ ਹੈ। ਜੇ ਦੇ ਰਹੇ ਕਹਿੰਦੇ ਕਿ ਟੈਂਟ ਪਰ ਸਾਈਡ ਤੇ ਕਰ ਦਿਓ, ਕਿੱਥੇ ਟੈਂਟ ਲੈ ਕੇ ਆਪਾਂ ਚਲੇ ਜਾਈਏ? ਟੈਂਟ ਪੁਲਿਸ ਵੱਲੋਂ ਪਟਾਏ ਜਾ ਰਿਹਾ। ਜਿਹੜੇ ਟੈਂਟਾਂ 'ਚ ਔਰਤਾਂ ਪੈਂਦੀਆਂ ਨੇ, ਬੱਚੀਆਂ ਪੈਂਦੀਆਂ ਨੇ, ਭੈਣਾਂ ਪੈਂਦੀਆਂ ਨੇ, ਉਹਨਾਂ ਟੈਂਟਾਂ ਨੂੰ ਪਟਾਉਣ ਦੀ ਗੱਲ ਕਹੀ ਜਾ ਰਹੀ ਹੈ। ਦੇਖੋ ਇਹ ਟੈਂਟ ਪਟਾਉਣ ਦੀ ਗੱਲ ਕਹੀ ਜਾ ਰਹੀ ਹੈ। ਟੈਂਟ ਇਹਨਾਂ 'ਚ ਕੋਈ ਬੰਬ ਬਰੂਦ ਨਹੀਂ ਹੈ। ਇੱਥੇ ਤਾਂ ਸਾਡੀਆਂ ਭੈਣਾਂ ਔਰਤਾਂ ਸੌਂਦੀਆਂ ਨੇ, ਆਰਾਮ ਕਰਦੀਆਂ ਨੇ। ਜਿਹੜਾ ਲੰਗਰ ਵੀ ਬੰਦ ਕਰਾਉਣ ਡਏ ਆ, ਲੰਗਰ ਦੇ ਗਾੜੀ ਵੀ ਬੈਰਿੰਗ ਕਰ ਦਿੱਤੀ ਵੇਖੋ। ਜੀ ਇੱਕ ਮਿੰਟ ਬਾਈ, ਹੁਣ ਨਾਲ ਗੱਲਬਾਤ ਕਰਦੇ ਆ। ਤਾਂ ਕੈਮਰਾਮੈਨ ਤਾਂ ਪਿੱਛੇ ਹੋ ਕੇ ਗੱਲਬਾਤ ਕਰਦੇ ਆ। ਆਪਾਂ ਉਹਨਾਂ ਦੀਆਂ ਨਾ ਗੱਲਾਂ 'ਚ ਆਉਣਾ, ਨਾ ਉਹਨਾਂ 'ਚ ਉਲਝਣਾ। ਗੱਲਬਾਤ ਆਪਾਂ ਪਿੱਛੇ ਹੋ ਕੇ ਬਾਈ ਹੁਣ ਨਾਲ ਕਰਦੇ ਆ। ਬਾਈ ਜੀ ਆਓ ਗੱਲਬਾਤ ਕਰਦੇ ਆ। ਹੁਣ ਕੀ ਕਹਿ ਰਹੇ ਆ, ਕੀ ਮੌਕੇ ਦੇ ਹਾਲਾਤ ਕੀ ਆ? ਇਹ ਹੁਣ ਸਾਨੂੰ ਪੁਲਿਸ ਧੱਕੇ ਨਾਲ ਜੋ ਮਹਿਲਾਵਾਂ ਦਾ ਰਹਿਣ ਬਸੇਰਾ ਹੈ ਉਧਰ ਟੈਂਟ ਧੱਕੇ ਨਾਲ ਹਟਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਪਹਿਲਾਂ ਇਹਨਾਂ ਨੇ ਪੁਲਿਸ ਦਾ ਟੈਂਟ ਸੀਗਾ ਜੋ ਆਰਐਸਐਸ ਦੇ ਗੁੰਡਿਆਂ ਨੇ, ਸਰਕਾਰ ਦੇ ਗੁੰਡਿਆਂ ਨੇ ਆ ਕੇ ਉਸ ਨੂੰ ਧੱਕੇ ਨਾਲ ਪੱਟਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਪੁਲਿਸ ਨੇ ਆਪਣੇ ਹੱਥੀ ਟੈਂਟ ਪੱਟ ਕੇ ਮਤਲਬ ਉਸ ਨੂੰ ਘਟਨਾ ਸਥਾਨ ਪਹਿਲਾਂ ਬਣਾਇਆ ਗਿਆ। ਫਿਰ ਉਹਨਾਂ ਨੂੰ ਨਾ ਤਾਂ ਜਦੋਂ ਉਹ ਪੱਥਰ ਬਰਸਰਾ ਰਹੇ ਸੀਗੇ, ਸਾਡੇ ਤੇ ਪੱਥਰਾਂ ਦੀ ਵਰਖਾ ਕਰ ਰਹੇ ਸੀ, ਲੰਗਰ ਛਕ ਰਹੀਆਂ ਸੰਗਤਾਂ ਦੇ ਪੱਥਰਾਂ ਦੀ ਵਰਖਾ ਕਰਦੇ ਸੀਗੇ, ਕਿਸੇ ਨੂੰ ਰੋਕਿਆ ਨਹੀਂ ਗਿਆ। ਜੇ ਤੁਹਾਡਾ ਕੋਈ ਸਵਾਲ ਹੋਵੇ ਇਸ ਅੰਦੋਲਨ ਨੂੰ ਲੈ ਕੇ, ਅੱਜ ਦੀ ਘਟਨਾਕ੍ਰਮ ਨੂੰ ਲੈ ਕੇ ਕੁਝ ਪੁੱਛਣਾ ਚਾਹੁੰਦੇ ਹੋਵੇ ਤਾਂ ਨਾਲ ਦੀ ਨਾਲ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਜ਼ਰੂਰ ਰੱਖ ਸਕਦੇ ਹੋ। ਔਰ ਨਾਲ ਦੀ ਨਾਲ ਆਪਣੇ ਸੱਜਣ ਭੈਣ ਭਰਾ, ਆਂਢੀ ਗੁਆਂਢੀ, ਰਿਸ਼ਤੇਦਾਰ, ਸਕੇ ਸੰਬੰਧੀਆਂ ਨੂੰ ਸਭ ਨੂੰ ਮੈਸੇਜ ਲਾ ਦਿਓ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲੋ, ਦਿੱਲੀ ਦੀਆਂ ਬਾਰਡਰਾਂ ਤੇ ਚੱਲੋ। ਬਿਲਕੁਲ ਬਾਈ ਜੀ। ਨਵਦੀਪ ਵਾਟਰ ਕੈਨਲ ਵਾਲਾ ਨਵਦੀਪ ਵੀ ਡਟ ਗਿਆ ਇੱਥੇ ਆ ਕੇ। ਨਵਦੀਪ ਵੀ ਪਹੁੰਚ ਚੁੱਕਾ ਹੈ। ਨਵਦੀਪ ਵੀ ਇੱਥੇ ਆ ਗਿਆ ਜਿਹਨੇ ਸਰਕਾਰੀ ਤੰਤਰ ਦੇ ਮੂੰਹ ਮੋੜੇ ਸੀ। ਸਰਕਾਰੀ ਜਿਹੜਾ ਵਾਟਰ ਕੈਨਲ ਸੀ, ਕਿਸਾਨਾਂ ਵੱਲ ਨੂੰ ਛੱਡਿਆ ਜਾਣਾ ਸੀ, ਉਸ ਦੇ ਮੂੰਹ ਮੋੜੇ ਸੀ ਇਸ ਨਵਦੀਪ ਨੇ। ਇਹ ਉੱਡਣਾ ਨੌਜਵਾਨ ਹੈ, ਉੱਡਣਾ ਫਰਤੀਲਾ ਨੌਜਵਾਨ ਹੈ। ਤਾਂ ਉਹਦੀ ਇੰਟਰਵਿਊ ਵੀ ਤੁਹਾਨੂੰ ਸ਼ਾਮ ਤੱਕ ਜਾਂ ਸਵੇਰ ਤੱਕ ਮਿਲ ਜੂਗੀ। ਨਵਦੀਪ ਹੁਣਾਂ ਨਾਲ ਵੀ ਗੱਲਬਾਤ ਸਪੈਸ਼ਲ ਕੀਤੀ ਹੈ। ਬਾਈ ਹੁਣ ਨਾਲ ਗੱਲਬਾਤ ਜਾਰੀ ਹੈ। ਹਾਂਜੀ ਬਾਈ ਜੀ, ਜਦੋਂ ਮਤਲਬ ਕਹਿ ਲਓ ਸਾਡੇ ਤੋਂ ਪੱਥਰਾਂ ਦੀ ਵਰਖਾ ਕਰਦੇ ਸੀਗੇ, ਪੁਲਿਸ ਨੇ ਰੋਕਿਆ ਨਹੀਂ ਗਿਆ। ਪਰ ਜਦੋਂ ਇੱਥੇ ਸਾਡੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਪਿੱਛੇ ਮੁੜ ਜਾਣ ਬਾਰੇ ਕਿਹਾ ਤਾਂ ਸ਼ਾਂਤੀਪੂਰਵਕ ਤਰੀਕੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਗਿਆ ਤੇ ਉਹ ਸਾਡੇ ਨੌਜਵਾਨਾਂ ਦੇ ਨਾਲ ਮਤਲਬ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਗਈ। ਪਰ ਫਿਰ ਪੁਲਿਸ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਤੇ ਸਾਡੇ ਵੱਲ ਨੂੰ ਅਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਕਿ ਇੱਥੋਂ ਸਟੇਜ ਖਾਲੀ ਹੋ ਸਕੇ ਤੇ ਪੁਲਿਸ ਅੱਗੇ ਆਪਣੇ ਮਨਸੂਬਿਆਂ ਦੇ ਵਿੱਚ ਅੱਗੇ ਵਧਣ ਦੇ ਵਿੱਚ ਕਾਮਯਾਬ ਹੋ ਸਕੇ। ਤੇ ਹੁਣ ਪੁਲਿਸ ਵੱਲੋਂ ਬੈਰੀਕੇਡ ਅੱਗੇ ਕੀਤੇ ਗਏ ਨੇ ਤੇ ਸਾਨੂੰ ਸਿੱਧੀ ਇਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਇਹ ਰਹਿਣ ਬਸੇਰੇ ਪੱਟ ਲਓ, ਨਹੀਂ ਅਸੀਂ ਪੱਟਾਂਗੇ। ਦਾਇਰਾ ਛੋਟਾ ਕੀਤਾ ਜਾ ਰਿਹਾ ਹੈ ਤੰਗ ਹੋਣ। ਬਿਲਕੁਲ ਜੀ, ਆਹ ਦੇਖੋ ਤੁਸੀਂ ਲੰਗਰਾਂ ਦੇ ਵਿੱਚ ਲਿਆ ਕੇ ਬੈਰੀਕੇਡ ਇਹਨਾਂ ਨੇ ਬਾੜ ਦਿੱਤੇ ਨੇ। ਇਹ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ। ਸ਼ਾਂਤਮਈ ਧਰਨਾ ਚੱਲ ਰਿਹਾ, ਇਹਨੂੰ ਸ਼ਾਂਤਮਈ ਰਹਿਣ ਦਿਓ। ਸ਼ਾਂਤਮਈ ਇੱਥੇ ਲੋਕੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਸੋ ਮੇਰਾ ਭਰਾ ਇਹੀ ਬੇਨਤੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ, ਫਾਰਵਰਡ ਕਰੋ ਤੇ ਇੱਥੇ ਦਿੱਲੀ ਦੇ ਬਰੂਹਾਂ ਵੱਲ ਨੂੰ ਕੂਚ ਕਰੋ। ਮੇਰਾ ਭਰਾ ਸਭ ਨੂੰ ਆ ਵੀਰ ਨੂੰ ਤੁਸੀਂ ਦੇਖਦੇ ਹੋ, ਨਿਹੰਗ ਸਿੰਘ ਆ, ਇਹਨੂੰ ਦੇਖਦੇ ਹੋ। ਗੱਲਬਾਤ ਤਾਂ ਨਿਹੰਗ ਸਿੰਘ ਨਹੀਂ ਕਰਦਾ ਹੈ, ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਆ। ਇਹ ਵੀਰ ਰਸੋਈ ਢਾਬੇ ਦੇ ਕੋਲ ਬੈਠਾ ਹੈ ਜਿੱਥੇ ਨਦੇੜ ਸਾਹਿਬ ਵਾਲਾ ਲੰਗਰ ਲੱਗਿਆ, ਉੱਥੇ ਜੁੱਤੀਆਂ ਗੰਢਦਾ ਵੀਰ ਹੈ, ਫ੍ਰੀ ਸੇਵਾ ਕਰਦਾ ਹੈ। ਇਹ ਵੀਰ ਬਟਾਲੇ ਏਰੀਏ ਤੋਂ ਆਇਆ ਵਾ ਤੇ ਇਹ ਵੀ ਉੱਥੋਂ ਸੇਵਾ ਛੱਡ ਕੇ ਇੱਥੇ ਆ ਕੇ ਡਟ ਗਿਆ। ਤਾਂ ਨਿਹੰਗ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਨਿਹੰਗ ਸਿੰਘ ਇੱਥੇ ਪਹੁੰਚ ਚੁੱਕੇ ਨੇ। ਨਿਹੰਗ ਸਿੰਘ ਕੀ ਕਹਿੰਦੇ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਨਿਹੰਗ ਸਿੰਘਾਂ ਨੇ ਇਹ ਬੈਰੀਕੇਡਿੰਗ ਦੇਖੋ, ਦਾਇਰੇ ਨੂੰ ਛੋਟਾ ਕੀਤਾ ਜਾ ਰਿਹਾ। ਤਾਂ ਨਿਹੰਗ ਸਿੰਘ ਜਥਿਆਂ ਨਾਲ, ਨਿਹੰਗ ਸਿੰਘਾਂ ਨਾਲ ਗੱਲਬਾਤ ਕਰਦੇ ਆ। ਸਿੰਘ ਸਾਹਿਬ ਬਹੁਤ ਅਤਿਆਚਾਰ ਕੀਤਾ ਅੱਜ, ਬਹੁਤ ਬੇਹੱਦੀ ਘਿਨਾਉਣੀ ਹਰਕਤ ਕੀਤੀ। ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਇਹਨਾਂ ਨੇ ਸ਼ੁਰੂਆਤ ਕੀਤੀ, ਜਿਹੜੇ ਉਹ ਬੰਦੇ ਆਏ ਸੀਗੇ ਉਹਨਾਂ ਨੂੰ ਰੋਕਣਾ ਚਾਹੀਦਾ ਸੀਗਾ। ਇਹਨੇ ਉਹ ਰੋਕੇ ਨਹੀਂ, ਉਹਨਾਂ ਨੂੰ ਕੁਝ ਨਹੀਂ ਕਿਹਾ। ਇੱਥੇ ਆ ਕੇ ਪੁਲਿਸ ਵਾਲਿਆਂ ਨੇ ਜਿਹੜੀ ਸ਼ਰਾਰਤ ਸ਼ੁਰੂ ਕੀਤੀ ਨਾਲ ਹੀ ਨਹੀਂ ਕੀਤੀ ਆ। ਇਹ ਸਾਰੀ ਸਰਕਾਰ ਦੀ ਗੱਲ ਮੰਨਦੇ, ਉਹਨਾਂ ਦੇ ਹੀ ਨੌਕਰ ਆ ਵੀ ਇਹ ਖਰਾ ਛੋਟੀ ਸਟੇਜ ਆ, ਚੱਕ ਦਈਏ। ਇਹਨੇ ਕੱਲ ਉਹ ਰਾਹ ਬੰਦ ਕੀਤਾ, ਇਸੇ ਕਰਕੇ ਇਹਨਾਂ ਦਾ ਪਲਾਨ ਬਣਿਆ ਸੀ। ਇਹ ਸੋਚਦੇ ਇੱਧਰ ਨਾ ਆਵੇ। ਹਾਂਜੀ, ਇਹ ਸੋਚਦੇ ਖਰੇ ਟਰਾਲੀਆਂ ਇਹ ਪੰਜਾਬ ਨੂੰ ਵਾਪਸ ਚਲ ਗਏ ਜਾਂ ਘਰੀ ਚਲ ਗਏ। ਕੋਈ ਨਹੀਂ ਗਿਆ। ਉਹ ਗਏ ਆ ਜਿਹੜੇ 4 ਦਿਨਾਂ ਲਈ ਆਏ ਸੀਗੇ, ਉਹ ਵਾਪਸ ਗਏ, ਉਹ ਫਿਰ ਆ ਗਏ। ਰਾਤੀ 150 ਟਰਾਲੀ ਹਰਿਆਣੇ ਚੋਂ ਆਈ ਆ। ਆਪਣੇ ਪੰਜਾਬ 'ਚ ਐਲਾਨ ਕਰ ਦਿੱਤਾ ਹਰੇਕ ਪਿੰਡੋਂ ਹੁਣ ਹੋਰ 2-2 ਟਰਾਲੀਆਂ ਆਉਣਗੀਆਂ। ਇੱਥੇ ਸੰਗਤ ਆਈ ਆ, ਮੋਰਚਾ ਆਪਾਂ ਜਿੱਤਿਆ ਵਾ। ਅਸੀਂ ਇਹਨਾਂ ਨੂੰ ਕਹਿੰਦੇ ਸ਼ਾਂਤੀ ਬਣਾ ਕੇ ਰੱਖੋ ਬਸ। ਵੱਡੀਆਂ ਫੌਜਾਂ ਲੈ ਆਏ ਉਹ, ਟੋਪਿਆਂ ਵਾਲੀਆਂ ਫੌਜਾਂ, ਸਟੇਨ ਗੰਨਾਂ ਵਾਲੀਆਂ ਫੌਜਾਂ, 에ਅਰ ਗੰਨਾਂ ਵਾਲੀਆਂ ਫੌਜਾਂ, ਸਾਰੀਆਂ ਫੌਜਾਂ ਲੈ। ਤੁਹਾਡੀਆਂ ਫੌਜਾਂ ਹੋਰ ਕਿੰਨੀਆਂ ਕਰ ਰਹੀਆਂ? ਫਿਰ ਫੌਜਾਂ ਤਾਂ ਬੇਅੰਤ ਆ। ਅਸੀਂ ਤਾਂ ਅਕਾਲ ਪੁਰਖ ਤੇ ਡਿਊਟੀ ਛੱਡੀ ਆ, ਗੁਰੂ ਸਾਹਿਬ ਨੇ ਕਰਨਾ ਜੋ ਕਰਨਾ ਹਨਾ। ਕਿਵੇਂ ਨਜਿੱਠਿਆ ਜਾਊਗਾ? ਉਹ ਲੋਕ ਵਾਰ-ਵਾਰ ਚੈਲੰਜ ਕਰ ਰਿਹਾ, ਰਾਤ ਸਮੇਂ ਵੀ ਅਟੈਕ ਕਰ ਸਕਦੇ ਆ। ਕਿਵੇਂ ਨਜਿੱਠਿਆ ਜਾਊਗਾ? ਕਰ ਦੇਣਗੇ ਤਾਂ ਫਿਰ ਜਿਹੜਾ ਚੜ ਕੇ ਆਊਗਾ ਛੱਡਦੇ ਤਾਂ ਹੀ ਵੀ ਨਹੀਂ। 2-4 ਨੂੰ ਤਾਂ ਕੱਲਾ ਝਟਕਾਊਗਾ। 1.25 ਲੱਖ ਨਾਲ ਲੜਨ ਵਾਲੇ ਆ।
ਤੇ ਫਿਰ ਠੀਕ ਆ। ਅਸੀਂ ਇਹਨਾਂ ਨੂੰ ਤਾਂ ਨੌਕਰੀਆਂ ਹੋਊਗੀਆਂ, ਬੱਚੇ ਪਾਲਣੇ, ਅਸੀਂ ਤਾਂ ਬੱਚੇ ਵੀ ਪਾਲੇ ਆ, ਸਾਡੇ ਸਾਰੇ ਹੀ ਬੱਚੇ ਆ। ਅਸੀਂ ਤਾਂ ਸ਼ਹੀਦੀ ਦੇ ਦਿੱਤੀ ਸਾਲ 'ਚ ਫੇਰ ਕਿਸੇ ਦੇ ਗੁਰਸਿੱਖ ਦੇ ਘਰੇ ਆ ਜਾਾਂਗੇ। ਅਸੀਂ ਤਾਂ ਸਾਡਾ ਤਾਂ ਕਾਰਜ ਹੀ ਇਹ ਆ, ਸੇਵਾ ਕਰਨੀ ਆ। ਬਿਲਕੁਲ। ਤਾਂ ਕਿਸਾਨ ਜਥੇਬੰਦੀਆਂ ਨੂੰ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ, ਸ਼ਾਂਤੀ ਰੱਖੋ। ਮੋਰਚਾ ਜਿੱਤਿਆ ਵਾ, ਉਹ ਹੁਣ ਚਾਹੁੰਦੇ ਆ ਉਨੀ ਬੰਦੇ ਛੱਡੇ ਆ ਸ਼ਰਾਰਤੀ, ਸ਼ਰਾਰਤਾਂ ਕਰਾਉਂਦੇ, ਇਹ ਵੀ ਕਰਦੇ ਆ। ਪਲੀਜ਼ ਸ਼ਾਂਤੀ ਬਣਾਈ ਰੱਖਿਓ ਤੇ ਵੱਧ ਤੋਂ ਵੱਧ ਇਕੱਠ ਕਰੋ। ਮੈਂ ਅਪੀਲ ਕਰਦਾ ਸਾਰੇ ਜਿੱਥੇ ਵੀ ਆ, ਹੁਣ ਇੱਕ ਸਿਰ ਧੜ ਦੀ ਬਾਜੀ ਲੱਗ ਗਈ ਆ, ਘਰੋਂ ਘਰੀ ਇੱਕ ਮੈਂਬਰ ਤਾਂ ਜ਼ਰੂਰ ਭੇਜੋ, ਤੇ ਜਿਨ੍ਹਾਂ ਦੇ ਘਰੋਂ ਜ਼ਿਆਦਾ ਮੈਂਬਰ ਆਏ ਆਂਢ ਗੁਆਂਢ ਉਹਨਾਂ ਦੇ ਕਾਰਜ ਕਰੋ। ਕਿਸੇ ਦੇ ਪੱਠੇ ਪਾਉਣ ਵਾਲੇ ਆ, ਪੱਠੇ ਪਾਓ ਭਾਈ, ਇੱਕ ਦੂਜੇ ਦੀ ਮਦਦ ਕਰੋ। ਹੁਣ ਇੱਕ ਦੀ ਗੱਲ ਹੋ ਗਈ ਆ, ਜੇ ਰੱਬ ਨੂੰ ਮੰਨਦੇ ਆ ਤੇ ਏਕਾ ਕਰੋ। ਗੁਰੂ ਸਾਹਿਬ ਦੇ ਨਾਲ ਜੁੜ ਕੇ ਇਹ ਜਿਹੜਾ ਸੰਘਰਸ਼ ਆ, ਇਹ ਬਾਬੇ ਨਾਨਕ ਨੇ ਹਲ ਚਲਾ ਕੇ ਦਿਖਾ ਲਿਆ। ਅੱਜ ਗੁਰੂ ਨਾਨਕ ਸਾਹਿਬ ਉਹਨਾਂ ਦੇ ਕਮਾਂਡ ਥੱਲੇ ਆ ਕੇ ਸਾਨੂੰ ਇੱਕ ਹੋਣਾ ਪੈਣਾ। ਸੋ ਮੇਰੀ ਅਪੀਲ ਇਹੀ ਆ ਵੀ ਭਾਈ ਵੱਧ ਤੋਂ ਵੱਧ ਜਿਹੜਾ ਆਪਣਾ ਘਰਾਂ ਤੋਂ ਇੱਥੇ ਆ ਜਾਈਏ ਤੇ ਏਕਾ ਕਰੀਏ। ਇਹ ਕਿੰਨੇ ਕੁ ਹੈਗੇ ਆ ਜੀ? ਬਿਲਕੁਲ। ਇਹ ਸਾਡੇ ਮੋਰੇ ਕੁਝ ਵੀ ਨਹੀਂ ਹੈਗੇ। ਇਹ ਨਹੀਂ ਭੱਜ ਜਾਣਾ, ਪਰਸੋਂ ਉਦੋਂ ਵੀ ਭੱਜੇ ਆ, ਕੱਲ ਵੀ ਭੱਜੇ ਆ। ਸੋ ਅਸੀਂ ਇੱਕੋ ਹੀ ਗੱਲ ਕਹਿੰਦੇ, ਅਸੀਂ ਕੁਝ ਨਹੀਂ ਕਹਿੰਦੇ। ਜੇ ਕੋਈ ਚੜ ਕੇ ਆਇਆ ਤਾਂ ਉਹਨੂੰ ਲਾਉਣਾ ਸਾਨੂੰ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਸਰਪੰਚ ਸਾਹਿਬ ਨੂੰ ਲੱਭਣ ਦੀ ਮੈਂ ਕੋਸ਼ਿਸ਼ ਕਰਦਾ, ਜਿਨ੍ਹਾਂ ਦੇ ਸਿਰ 'ਚ ਇੱਟ ਵੱਜੀ ਆ। ਤਾਂ ਅੰਮ੍ਰਿਤਸਰ ਏਰੀਆ ਤੋਂ ਇੱਕ ਸਰਪੰਚ ਸਾਹਿਬ ਆਏ ਨੇ, ਸਿੱਧੀ ਇੱਟ ਸਿਰ 'ਚ ਵੱਜੀ ਆ, 5 ਟਾਂਕੇ ਉਹਨਾਂ ਦੇ ਲੱਗੇ ਆ। ਇੱਥੇ ਨਹੀਂ ਸਰਪੰਚ ਸਾਹਿਬ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਪਹਿਲਾਂ ਮੈਂ ਨੈਟਵਰਕ ਦੇਖਦਾ ਕਿ ਉੱਥੋਂ ਤੱਕ ਜਾਊਂਗਾ ਤੇ ਨੈਟਵਰਕ ਰਹੂਗਾ ਕਿ ਕਨੈਕਸ਼ਨ ਕੱਟਿਆ ਜਾਊਗਾ। ਤਾਂ ਇੱਥੇ ਉਹ ਮੰਜੇ ਕੋਲ ਰੁਕ ਜੀ, ਦੁਕਾਨ ਆ ਜਾਈ, ਠੀਕ ਆ? ਇਹ ਦੁਕਾਨ ਕਨੈਕਸ਼ਨ ਕੱਟਿਆ, ਮੈਂ ਸਰਪੰਚ ਨੂੰ ਲੱਭ ਲੈਣਾ ਹੁਣੇ। ਤਾਂ ਇਹ ਹਾਲਾਤ ਨੇ ਜੀ ਇੱਥੋਂ ਦੇ। ਆ ਫਿਰ ਦੁਬਾਰਾ ਤੁਹਾਨੂੰ ਦਿਖਾ ਦਿੰਦੇ ਆ ਉਹ ਗਦੈਲਾ ਰਜਾਈ ਜੋ ਸਾੜਿਆ, ਜੋ ਐਡਾ ਵੱਡਾ ਅਤਿਆਚਾਰ ਕੀਤਾ ਗਿਆ ਕਿਸਾਨਾਂ ਤੇ। ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਕਿਸਾਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਇੱਥੇ ਅੰਮ੍ਰਿਤਸਰ ਏਰੀਆ ਤੋਂ ਸਰਪੰਚ ਸਾਹਿਬ ਆਏ ਨੇ, ਇੱਟ ਵੱਜੀ ਆ ਉਹਨਾਂ ਦੇ ਸਿਰ 'ਚ ਤੇ 5 ਟਾਂਕੇ ਲੱਗੇ। ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਇੱਥੇ ਸਟੇਜ ਦੇ ਕੋਲ, ਫਿਰ ਵੀ ਉਹ ਜੂਝ ਰਹੇ ਨੇ। ਤਾਂ ਫਿਰ ਵੀ ਉਹ ਸਰਪੰਚ ਸਾਹਿਬ ਇੱਥੇ ਜੂਝ ਰਹੇ ਨੇ। ਜੇਕਰ ਆਵਾਜ਼ ਦਾ ਕਿਸੇ ਕਾਰਨ ਕਨੈਕਸ਼ਨ ਕੱਟਿਆ ਜਾਂਦਾ ਤਾਂ ਮੈਂ ਅੱਧੇ ਮਿੰਟ 'ਚ ਤੁਹਾਡੇ ਤੱਕ ਆ ਜਾਣਾ, ਅੱਧੇ ਮਿੰਟ ਤੱਕ ਤੁਹਾਡੇ ਤੱਕ ਵਾਪਸ ਆ ਜਾਣਾ ਅੱਧੇ ਮਿੰਟ ਤੱਕ। ਇੱਥੇ ਬਹੁਤ ਵੱਡਾ ਅਤਿਆਚਾਰ ਤੇ ਘਿਨੌਣੀ ਹਰ ਹੋਈ ਹੈ ਅੰਮ੍ਰਿਤਸਰ ਏਰੀਆ ਤੋਂ। ਇਹ ਸੰਗਤ ਜੋ ਤੁਹਾਨੂੰ ਕਹੂਗੀ ਸਾਨੂੰ ਬੁਲਾਇਓ ਮਾੜਾ ਜਿਹਾ। ਤਾਂ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਸਰਪੰਚ ਸਾਹਿਬ, ਮੈਂ ਕਿ ਸਰਪੰਚ ਸਾਹਿਬ ਆਓ, ਲਾਈਵ ਪ੍ਰੋਗਰਾਮ ਚੱਲ ਰਿਹਾ। ਇਹ ਸਰਪੰਚ ਸਾਹਿਬ ਨੇ ਤੁਹਾਡੇ ਸਨਮੁਖ ਕਰਦੇ ਆ, ਕੈਮਰੇ ਦੇ ਸਾਹਮਣੇ ਮੈਂ ਲੈ ਕੇ ਆਉਣਾ ਸਰਪੰਚ ਸਾਹਿਬ ਨੂੰ। ਇੱਟ ਵੱਜੀ ਆ ਸਿਰ ਦੇ ਵਿੱਚ, 5 ਟਾਂਕੇ ਲੱਗੇ ਆ। ਇਹ ਯੋਧੇ ਆ, ਇਹ ਕੱਲੀਆਂ ਚੌਧਰੀਆਂ ਕਰਨ ਨਹੀਂ ਜਾਣਦੇ ਕਿ ਪਿੰਡਾਂ ਦੇ ਸਰਪੰਚ ਬਣ ਗਏ, ਚੌਧਰੀ ਬਣ ਗਏ। ਸਰਪੰਚ ਸਾਹਿਬ ਦਿਖਾਓ ਟਾਂਕੇ ਸਿਰ 'ਚ ਜਿਹੜੀ ਸੱਟ ਵੱਜੀ ਆ। ਫਿਰ ਵੀ ਲਾਈਵ ਪ੍ਰੋਗਰਾਮ ਚੱਲ ਰਿਹਾ, ਫਿਰ ਵੀ ਦਿਖਾਓ। ਤਾਂ ਸਰਪੰਚ ਸਾਹਿਬ ਦੇ ਸਿੱਧੀ ਇੱਟ ਸਿਰ ਦੇ ਵਿੱਚ ਵੱਜੀ ਆ। ਤਾਂ ਉਹ ਆਹ ਦੇਖੋ, ਸਿੱਧੀ ਇੱਟ ਸਿਰ ਦੇ ਵਿੱਚ ਮਾਰ ਕੇ ਸਰਪੰਚ ਸਾਹਿਬ ਨੂੰ ਜ਼ਖਮੀ ਕੀਤਾ ਗਿਆ। ਇਹ ਹਾਲਾਤ ਨੇ। ਉੱਧਰ ਜਾਣਾ। ਤਾਂ ਉਸ ਵੀਰ ਨੂੰ ਵੀ ਮੈਂ ਲੱਭ ਕੇ ਤੁਹਾਡੇ ਸਨਮੁਖ ਕਰੂੰਗਾ, ਜਿਹੜੇ ਵੀਰ ਨੂੰ ਉਹ ਚੁੱਕ ਕੇ ਲੈ ਕੇ ਗਏ ਸੀ, ਜਿਹਦੀ ਪੱਗ ਪੈਰਾਂ 'ਚ ਰੋਲੀ, ਜਿਹਦੇ ਤੇ ਲਾਠੀ ਚਾਰਜ ਹੋਇਆ, ਕੁੱਟਮਾਰ ਹੋਇਆ। ਸਰਪੰਚ ਸਾਹਿਬ ਹਾਲਾਤ ਕਿਵੇਂ ਨੇ ਹੁਣ? ਠੀਕ ਹੋ? ਬਿਲਕੁਲ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ। ਆਏ ਚੜ੍ਹਦੀ ਕਲਾ ਜੀ ਰਵਾਂਗੇ। ਇਹ ਪਿੱਠ ਵਿਖਾ ਕੇ ਭੱਜਣ ਵਾਲੇ ਨਹੀਂ ਆ। ਲੜਾਂਗੇ ਜਾਂ ਮਰਾਂਗੇ, ਉਦਾਂ ਨਹੀਂ। ਆਪਣਾ ਹੱਕ ਲੈ ਕੇ ਜਾਵਾਂਗੇ। ਅਸੀਂ ਮੰਗਣ ਨਹੀਂ ਆਏ, ਆਪਣਾ ਹੱਕ ਲੈਣ ਆਏ ਆ। ਅਸੀਂ ਕੋਈ ਮੰਗਤੇ ਨਹੀਂ, ਇਹਨਾਂ ਕੋਲ ਹੱਕ ਮੰਗਣ। ਸਿਰਫ ਤੇ ਸਿਰਫ ਅਸੀਂ ਆਪਣਾ ਹੱਕ ਮੰਗ ਰਹੇ ਆ। ਆਪਾਂ ਤਿੰਨੇ ਹੀ ਕਾਲੇ ਕਾਨੂੰਨ ਤੇ 2 ਆਰਡੀਨੈਂਸ ਉਹਨਾਂ ਨੂੰ ਕੈਂਸਲ ਕਰਾ ਕੇ ਹੀ ਜਾਵਾਂਗੇ, ਉਦਾਂ ਨਹੀਂ ਜਾਵਾਂਗੇ। ਤੁਹਾਡੇ ਤੇ ਅਟੈਕ ਹੋਇਆ, ਤੁਸੀਂ ਕਿੱਥੇ ਖੜੇ ਸੀ ਉਸ ਟਾਈਮ? ਆਪਾਂ ਉੱਥੇ ਹੀ ਖੜੇ ਸੀ। ਆਪਾਂ ਪੀਸਫੁਲੀ ਉਹਨਾਂ ਨੂੰ ਰੋਕ ਰਹੇ ਸੀ। ਹੱਥ ਵੀ ਜੋੜਿਆ, ਨਾ ਕਰੀ ਭਾਈ, ਨਾ ਕਰੋ। ਅਸੀਂ ਪੀਸਫੁਲੀ ਆਪਣਾ ਪ੍ਰੋਟੈਸਟ ਕਰ ਰਹੇ ਹਾਂ, ਤੁਸੀਂ ਇਹ ਕੰਮ ਨਾ ਕਰੋ। ਔਰ ਇਹ ਜਿਹੜੀ ਪੁਲਿਸ ਆ, ਇਹਨੇ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ। ਔਰ ਪੁਲਿਸ ਹੀ ਉਹਨਾਂ ਨੂੰ ਲੈ ਕੇ ਆਈ ਆ। ਸਰਕਾਰ ਤੇ ਪੁਲਿਸ ਦੀ ਦੋਵਾਂ ਦੀ ਮਿਲੀ ਭੁਗਤ ਆ। ਇਹ ਸਾਰਾ ਕੁਝ ਕਰਵਾਇਆ ਸਰਕਾਰ, ਸੈਂਟਰ ਸਰਕਾਰ ਨੇ ਤੇ ਪੁਲਿਸ ਨੇ। ਸਾਹਿਬ 2 ਮਹੀਨੇ ਸਮਾਂ ਹੋ ਗਿਆ, ਸ਼ਾਂਤਮਈ ਸਭ ਕੁਝ ਚੱਲ ਰਿਹਾ ਸੀ। ਉਹ ਬੰਦੇ ਕਹਿੰਦੇ ਅਸੀਂ ਪੱਕਾ ਇੱਥੇ ਧਰਨਾ ਲਾ ਲੈਣਾ। ਅੱਜ ਉਹ ਆਪਣਾ ਕੈਂਟਰ ਵੀ ਲੈ ਕੇ ਆਏ ਸੀ, ਜਿਹੜਾ ਸਪੀਕਰ ਵਗੈਰਾ ਵੀ, ਸਾਊਂਡ ਸਿਸਟਮ ਵੀ ਲੈ ਕੇ ਆਏ ਸੀ, ਦਰੀਆਂ ਵੀ ਲੈ ਕੇ ਆਏ ਸੀ। ਪੱਕਾ ਧਰਨਾ ਲਾਉਣ ਦਾ ਪਲੈਨਿੰਗ ਬਣਾ ਰਹੇ ਆ। ਜੇਕਰ ਉਹ ਪੱਕਾ ਧਰਨਾ ਉਹਨਾਂ ਨੇ ਲਾ ਲਿਆ ਇੱਥੇ, ਤਾਂ ਕੀ ਹਾਲਾਤ ਹੋਣਗੇ, ਕੀ ਬਣੂਗਾ? ਅਸੀਂ ਤਾਂ ਸਰਕਾਰਾਂ ਨੂੰ ਇਹੀ ਅਪੀਲ ਕਰਦੇ ਆ ਕਿ ਇਹ ਜਿਹੜਾ ਤੁਸੀਂ ਗਲਤ ਕੰਮ, ਜਿਹੜਾ ਇਹ ਮਤਲਬ ਧਾਰਮਿਕ ਮੁੱਦਾ ਨਾ ਬਣਾਓ। ਇਹਨੂੰ ਵੀ ਇਹ ਦੋਵਾਂ ਨੂੰ, ਸਿੱਖ ਹਿੰਦੂ ਨੂੰ ਨਾ ਲੜਾਓ, ਜੋ ਕਿ ਸਰਕਾਰਾਂ ਪਹਿਲਾਂ ਤੋਂ ਕਰਦੀਆਂ। ਇਹ ਫਿਰ ਉਸੇ ਹੀ ਲੀ ਤੇ ਚੱਲ ਪਈਆਂ। ਇਹ ਨਹੀਂ ਕਰਨਾ ਚਾਹੀਦਾ। ਅਸੀਂ ਕਿਸਾਨਾਂ ਦਾ ਕੱਲਿਆਂ ਦਾ ਮੁੱਦਾ ਨਹੀਂ ਆ ਇਹ। ਇਹਦੇ ਨਾਲ ਜਿਹੜਾ ਵੀ ਕੋਈ ਰੋਟੀ ਖਾਂਦਾ, ਜਿਹੜਾ ਸਵੇਰੇ ਸ਼ਾਮ ਟਾਈਮ ਰੋਟੀ ਖਾਂਦਾ, ਹਰੇਕ ਦੇ ਹੱਕ ਦੀ ਲੜਾਈ ਹੈ। ਕਿਉਂਕਿ ਜੋ ਵੀ ਆ ਇਹਨਾਂ ਨੇ ਕੀਤਾ, ਇਹ ਜੇ ਸਾਰਾ ਕੋਈ ਪ੍ਰਾਈਵੇਟ ਹੋ ਜਾਂਦਾ ਤੇ ਜਿਹੜੇ ਆਪਾਂ ਨੂੰ ਜਿਹੜਾ 20 ਰੁਪਏ ਉਹਨਾਂ ਨੂੰ ਆਟਾ ਮਿਲਦਾ, ਉਹ ਸਾਰਿਆਂ ਨੂੰ 100 ਰੁਪਏ ਮਿਲਿਆ ਕਰਨਾ। ਇਹ ਸਾਰੇ ਸੋਚ ਲੈਣ। ਉਹ ਜਿਹੜੇ ਆਏ ਆ ਉਹ ਵੀ ਸਾਡੇ ਭਰਾ
ਨੇ ਉਹਨਾਂ ਨੂੰ ਇਹ ਉਤਸ਼ਾਹਿਤ ਕਰਕੇ ਉਹਨਾਂ ਨੂੰ ਵਰਗਲਾ ਕੇ ਲਿਆਉਂਦੀਆਂ ਸਰਕਾਰਾਂ। ਪਤਾ ਨਹੀਂ ਉਹ ਕਿਉਂ ਇਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਆ। ਹੈ ਸਾਡੇ ਭਰਾ ਨੇ, ਪਰ ਉਹਨਾਂ ਨੂੰ ਇਹ ਗਲਤ ਦਿਸ਼ਾ ਦਿਖਾ ਕੇ ਇਹ ਲੈ ਕੇ ਆਈਆਂ ਸਰਕਾਰਾਂ ਔਰ ਪੁਲਿਸ। ਬਹੁਤ ਮਿਹਰਬਾਨੀ। ਤਾਂ ਦੇਖੋ ਉਹਨਾਂ ਲੋਕਾਂ ਤੋਂ ਸੱਟ ਖਾ ਕੇ ਟਾਂਕੇ ਲਵਾ ਕੇ ਸਰਪੰਚ ਸਾਹਿਬ ਫਿਰ ਵੀ ਕਹਿ ਰਹੇ ਨੇ ਕਿ ਉਹ ਸਾਡੇ ਭਰਾ ਨੇ, ਫਿਰ ਵੀ ਸ਼ਾਂਤੀ ਦਾ ਸੰਦੇਸ਼ ਦੇ ਰਹੇ ਨੇ, ਫਿਰ ਵੀ ਕਹਿ ਰਹੇ ਨੇ ਕਿ ਅਸੀਂ ਸ਼ਾਂਤ ਰਹਾਂਗੇ, ਅਸੀਂ ਕੋਈ ਵੀ ਇਸ ਤਰ੍ਹਾਂ ਦੀ ਹਿੰਸਕ ਘਟਨਾ ਨਹੀਂ ਵਾਪਰਨ ਦੇਣੀ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ। ਲਗਾਤਾਰ ਮੈਸੇਜ ਸੰਦੇਸ਼ ਦੇ ਰਿਹਾ। ਤੁਹਾਨੂੰ ਇੱਕ ਵਾਰ ਪੰਡਾਲ ਦੀਆਂ ਤਸਵੀਰਾਂ ਦਿਖਾ ਦਿੰਦਾ, ਪੰਡਾਲ ਦੀਆਂ ਤਸਵੀਰਾਂ ਦਿਖਾ ਦਿੰਦਾ। ਤਾਂ ਉਸ ਵੀਰ ਨੂੰ ਮੈਂ ਵਾਰ-ਵਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਵੈਸੇ ਵੀਰ ਉਹ ਠੀਕ ਹੈ, ਉਹਨੂੰ ਵਾਪਸ ਲੈ ਆਂਦਾ ਸੀ ਪੁਲਿਸ ਰਾਹੀਂ, ਉਹ ਲੋਕ ਚੱਕ ਕੇ ਲੈ ਗਏ ਸੀ। ਉਸ ਤੋਂ ਬਾਅਦ ਪੁਲਿਸ ਨੇ ਵੀ ਲਾਠੀ ਚਾਰਜ ਕੀਤਾ ਉਸ ਵੀਰ ਤੇ, ਉਸਦੀ ਪੱਗ ਉੱਥੇ ਰੋਲੀ ਗਈ। ਤਾਂ ਇਸ ਤਰ੍ਹਾਂ ਦਾ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ। ਲਗਾਤਾਰ ਤਸਵੀਰਾਂ ਤੁਹਾਨੂੰ ਸਿੰਘੂ ਬਾਰਡਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਲਗਾਤਾਰ ਉਧਰ ਤੁਸੀਂ ਸਾਹਮਣੇ ਮਸ਼ੀਨ ਚੱਲਦੀ ਦੇਖ ਰਹੇ ਹੋ, ਇਸ ਦਾਇਰੇ ਨੂੰ ਘਟਾਇਆ ਜਾ ਰਿਹਾ, ਇਸ ਪੰਡਾਲ ਨੂੰ ਛੋਟਾ ਕੀਤਾ ਜਾ ਰਿਹਾ ਤਾਂ ਕਿ ਕਿਸਾਨ ਔਖੇ ਹੋਣ। ਇਹਨਾਂ ਟਰਾਲੀਆਂ ਨੂੰ ਪੱਟਣ ਦੇ ਹੁਕਮ ਜਾਰੀ ਕਰ ਰਹੇ ਨੇ। ਤਾਂ ਸਾਹਮਣੇ ਉਹ ਨੀਲਾ ਟੈਂਟ ਲੱਗਿਆ, ਜੋ ਨੀਲਾ ਟੈਂਟ, ਉਸ ਨੂੰ ਪੱਟਣ ਦੇ ਹੁਕਮ ਜਾਰੀ ਹੈ, ਜਿਸ 'ਚ ਔਰਤਾਂ, ਭੈਣਾਂ, ਬੱਚੀਆਂ, ਬਜ਼ੁਰਗ ਆਰਾਮ ਕਰਦੇ ਨੇ, ਆਰਾਮ ਫਰਮਾਉਂਦੇ ਨੇ। ਤਾਂ ਕੁਝ ਹੋਰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਦੇਖੋ ਨੌਜਵਾਨ ਸਿਰਫ ਉਹੀ ਝੰਡੇ ਤੇ ਡੰਡੇ ਉਹੀ ਚੱਕੇ ਹੋਏ ਨੇ ਜਿਹੜੇ ਆ ਕੋਈ ਵੱਡੀਆਂ ਲਾਠੀਆਂ ਨਹੀਂ ਹੈ, ਇਹ ਕੋਈ ਹਥਿਆਰ ਨਹੀਂ ਹੈ, ਇਹ ਕੋਈ ਬਰਛੇ ਨਹੀਂ ਹੈ, ਕੋਈ ਕਿਰਪਾਨਾਂ ਨਹੀਂ ਹੈ। ਇਹ ਤਾਂ ਸਿਰਫ ਝੰਡੇ ਇਸ ਤਰ੍ਹਾਂ ਇਹ ਕਿਸਾਨ ਮੋਢਿਆਂ ਤੇ ਚੱਕ ਕੇ ਆਏ ਹੋਏ ਨੇ ਤੇ ਉਸੇ ਨੂੰ ਇਹ ਬੈਰੀਕੇਡ ਬਣਾਈ ਬੈਠੇ ਨੇ। ਤਾਂ 2 ਮਹੀਨੇ ਠੰਡ 'ਚ ਕੱਟ ਕੇ ਕਿਸਾਨ ਫਿਰ ਵੀ ਸ਼ਾਂਤੀ ਦਾ ਸੰਦੇਸ਼ ਦੇ ਰਹੇ ਨੇ ਕਿ ਨਰਮ ਰਹੋ ਭਾਈ, ਸ਼ਾਂਤ ਰਹੋ। ਇਹ ਅੰਦੋਲਨ ਨੂੰ ਆਪਾਂ ਜਿੱਤ ਕੇ ਜਾਣਾ। ਇੱਥੇ ਇਸ ਅੰਦੋਲਨ ਨੂੰ ਹਿੰਸਕ ਬਣਾਉਣਾ ਚਾਹੁੰਦੇ ਨੇ ਲੋਕ। ਇਹ ਚਾਹੁੰਦੇ ਨੇ ਲੋਕ ਕਿ ਇੱਥੇ ਲੜਾਈ ਹੋਵੇ, ਝਗੜਾ ਹੋਵੇ, ਕੁੱਟਮਾਰ ਹੋਵੇ, ਇਹਨਾਂ ਕਿਸਾਨਾਂ ਦੇ ਸਿਰ ਸਾਰਾ ਦੋਸ਼ ਆਪਾਂ ਮੜ ਦਈਏ ਤੇ ਇਹ ਅੰਦੋਲਨ ਖਤਮ ਹੋ ਜਾਏ। ਜਾਂ ਉਹਨਾਂ ਲੋਕਾਂ ਦੀ ਇਹ ਸੋਚ ਹੈ ਕਿ ਇੱਥੇ ਕਿਸੇ ਤਰੀਕੇ ਇਹਨਾਂ ਲੋਕਾਂ ਨੂੰ, ਇਹਨਾਂ ਕਿਸਾਨਾਂ ਨੂੰ ਪਾੜਿਆ ਜਾਵੇ। ਤਾਂ ਮੈਂ ਕਿਸਾਨ ਭਰਾਵਾਂ ਨੂੰ, ਕਿਸਾਨ ਆਗੂਆਂ ਨੂੰ ਵਾਰ-ਵਾਰ ਅਪੀਲ ਕਰਦਾ, ਕਈਆਂ ਦੇ ਮਨਾਂ 'ਚ ਖਿਆਲ ਹੋ ਸਕਦਾ ਹੋਵੇ ਕਿ ਇਸ ਸਟੇਜ ਤੇ ਕੋਈ ਅਟੈਕ ਹੋਇਆ, ਕੋਈ ਗੱਲ ਨਹੀਂ, ਪਰ ਜੇ ਇਸ ਸਟੇਜ ਤੇ ਅੱਜ ਅਟੈਕ ਹੁੰਦਾ ਤੇ ਕੱਲ ਨੂੰ ਦੂਜੀ ਸਟੇਜ ਤੇ ਵੀ ਅਟੈਕ ਹੋਊ, ਪਰਸੋਂ ਕਿਸੇ ਗਾਜੀਪੁਰ ਵਾਲੇ ਤੇ ਵੀ ਹੋਊ, ਚੌਥੇ ਟਿੱਕਰੀ ਬਾਰਡਰ ਤੇ ਵੀ ਹੋਊ। ਸਾਰੀਆਂ ਥਾਵਾਂ ਤੇ ਅਟੈਕ ਇਹ ਲੋਕ ਕਰਨਗੇ। ਇਸ ਥਾਂ ਨੂੰ, ਇਹ ਸਿੰਘੂ ਬਾਰਡਰ ਨੂੰ ਨਿਸ਼ਾਨਾ ਖਾਸ ਤੌਰ ਤੇ ਬਣਾਇਆ ਗਿਆ। ਉਹ ਬੰਦੇ ਕੋਈ ਆਪਣੀ ਆਇਡੈਂਟੀ ਨਹੀਂ ਦੇ ਸਕੇ, ਆਪਣਾ ਆਧਾਰ ਕਾਰਡ ਵਗੈਰਾ ਨਹੀਂ ਦੇ ਸਕੇ ਕਿ ਵਾਕਈ ਉਹ ਬੰਦੇ ਸਿੰਘੂ ਦੇ ਰਹਿਣ ਵਾਲੇ ਆ। ਉਹ ਤਿਰੰਗੇ ਝੰਡਿਆਂ ਦਾ ਫਿਰ ਕੀ ਕਾਰਨ ਸੀ ਤਿਰੰਗੇ ਝੰਡਿਆਂ ਦਾ? ਸਭ ਤੋਂ ਵੱਡਾ ਸਵਾਲ ਇਹ ਆ ਕਿ ਤਿਰੰਗੇ ਝੰਡੇ ਕਿਉਂ ਲਹਿਰਾਏ ਗਏ ਉਹਨਾਂ ਲੋਕਾਂ ਵੱਲੋਂ? ਅਸੀਂ ਤਿਰੰਗੇ ਝੰਡੇ ਦਾ ਸਤਿਕਾਰ ਕਰਦੇ ਹਾਂ, ਸਨਮਾਨ ਕਰਦੇ ਹਾਂ। ਸਾਡਾ ਰਾਸ਼ਟਰੀ ਝੰਡਾ ਹੈ। ਰਾਸ਼ਟਰੀ ਝੰਡੇ ਲਾ ਕੇ ਸਾਡੇ ਕਿਸਾਨ ਭਰਾ ਵੀ ਦੇਸ਼ ਭਰ ਤੋਂ ਟਰੈਕਟਰਾਂ ਅੱਗੇ ਲਾ ਕੇ ਆਏ ਔਰ ਦਿੱਲੀ ਦੇ ਵਿੱਚ ਪਰੇਡ ਕੀਤੀ, ਰਾਸ਼ਟਰੀ ਝੰਡੇ ਨੂੰ ਸਲੂਟ ਕਰਦੇ ਹਾਂ। ਪਰ ਜੇ ਉਹਨਾਂ ਲੋਕਾਂ ਨੂੰ ਤਕਲੀਫ ਆਇਆ, ਸਮੱਸਿਆ, ਤਾਂ ਅੱਜ ਰਾਸ਼ਟਰੀ ਝੰਡੇ ਲਹਿਰਾਉਣ ਦਾ ਕੀ ਮਤਲਬ ਸੀ? ਉਹ ਆਪਣੀ ਸਮੱਸਿਆ ਸਿੱਧੇ ਤੌਰ ਤੇ ਇਹਨਾਂ ਕਿਸਾਨਾਂ ਨੂੰ ਦੱਸ ਸਕਦੇ ਸੀ, ਸਿੱਧੇ ਤੌਰ ਤੇ ਇਹਨਾਂ ਕਿਸਾਨਾਂ ਨਾਲ ਮੀਟਿੰਗ ਕਰ ਸਕਦੇ ਸੀ, ਸਿੱਧੇ ਤੌਰ ਤੇ ਇਹਨਾਂ ਨੂੰ ਕੋਈ ਲੈਟਰ ਦੇ ਸਕਦੇ ਸੀ, ਕੋਈ ਟਾਈਮ ਦੇ ਸਕਦੇ, ਸਮਾਂ ਦੇ ਸਕਦੇ ਸੀ। ਤਾਂ ਉਹਨਾਂ ਨੇ ਕੁਝ ਨਹੀਂ ਕੀਤਾ, ਸਿੱਧੇ ਤੌਰ ਤੇ ਕਿਸਾਨਾਂ ਤੇ ਹਮਲਾ, ਅਟੈਕ ਪਲੈਨਿੰਗ ਤਹਿਤ ਕੀਤਾ ਹੈ। ਉਹ ਬੋਰੀਆਂ ਦੀਆਂ ਬੋਰੀਆਂ, ਗੱਟਿਆਂ ਦੇ ਗੱਟੇ ਭਰ ਕੇ ਰੋੜਿਆਂ ਦੇ ਲੈ ਕੇ ਆਏ ਸੀ, ਡਾਂਗਾਂ ਦੇ ਲੈ ਕੇ ਆਏ ਸੀ, ਹਥਿਆਰਾਂ ਦੇ ਲੈ ਕੇ ਆਏ ਸੀ। ਪੁਲਿਸ ਵੱਲੋਂ ਸਿੱਧੇ ਤੌਰ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਦਾਗੇ ਗਏ ਆ। ਸਿੱਧੇ ਤੌਰ ਤੇ ਉਹ ਜੋ ਪ੍ਰਦਰਸ਼ਨ ਕਰ ਰਹੇ ਸੀ ਲੋਕ ਜਾਂ ਵਿਰੋਧਤਾ ਕਰ ਰਹੇ ਸੀ ਲੋਕ, ਉਹਨਾਂ ਤੇ ਕੋਈ ਅਥਰੂ ਗੈਸ ਦਾ ਗੋਲਾ ਨਹੀਂ ਵੱਜਿਆ, ਕੋਈ ਉਹਨਾਂ ਦਾ ਜ਼ਖਮੀ ਨਹੀਂ ਹੋਇਆ, ਕੋਈ ਕਿਸਾਨਾਂ ਨੇ ਲਾਠੀਆਂ ਨਹੀਂ ਵਹਾਈਆਂ, ਕੋਈ ਕਿਸਾਨਾਂ ਨੇ ਅਟੈਕ ਨਹੀਂ ਕੀਤਾ। ਉਹਨਾਂ ਨੇ ਆਉਣ ਸਾਰ ਹੀ ਕਿਸਾਨਾਂ ਤੇ ਅਟੈਕ ਕਰ ਦਿੱਤਾ। ਬਾਬੇ ਬਜ਼ੁਰਗ ਨੇ ਗੱਲਬਾਤ ਕਰਦੇ ਆ। ਬਾਪੂ, ਅੱਜ ਦਾ ਦੇਖਿਆ ਸੀਨ? ਫਿਰ ਵੇਖਿਆ ਜੀ, ਪੈਰਾਂ 'ਚ ਗੋਲੇ ਵੱਜੇ ਮੇਰੇ। ਅੱਜ ਅੱਖਾਂ ਨੂੰ ਚੜ ਗਿਆ ਤੇ ਮੈਂ ਤਾਂ ਭੱਜ ਗਿਆ ਦੂਰ, ਝੱਗਾ ਝੁੱਗਾ ਮੂੰਹ ਦੇ ਲੇਟ ਕੇ। ਮੈਂ ਤਾਂ ਡਿੱਗ ਪੈਣ ਲੱਗਾ, ਇੰਨਾ ਤਾਂ ਚੜਿਆ। ਬਹੁਤ ਜ਼ਿਆਦਾ ਧੱਕਾ ਕੀਤਾ ਹਰਦਾ ਭਾਈ। ਇਹ ਹੁਣ ਅਸੀਂ ਵਾਰ-ਵਾਰ ਨਹੀਂ ਬਰਦਾਸ਼ਤ ਕਰਨਾ। ਅਸੀਂ ਨੌਜਵਾਨ ਸਾਰੇ ਆ ਰਹੇ ਆ, ਇਹ ਵਾਰ-ਵਾਰ ਇੱਟਾਰੀ ਇਹਨਾਂ ਨੇ ਅਟੈਕ ਕੀਤਾ। ਅਸੀਂ ਕੁਛ ਨਹੀਂ ਰਿਹਾ ਮੋਰਿਓ, ਕਿਸੇ ਨੇ ਮੋਰਿਓ ਡਾਂਡ ਨਹੀਂ ਚੱਟੀ। ਹੁਣ ਪਰ ਇਹ ਜੇ ਵਾਰ-ਵਾਰ ਇਹ ਕੰਮ ਕਰਨਗੇ ਤਾਂ ਅਸੀਂ ਵੀ ਮੋਰਿਓ ਚੂੜੀਆਂ ਨਹੀਂ ਪਾਈਆਂ। ਅਸੀਂ ਮੋਰਿਓ, ਸਾਡੇ 2 ਬੰਦੇ ਲੈਟਰ ਚੱਟੇ, ਅਸੀਂ ਉਹਨਾਂ ਦਾ ਵੀ ਨਿਆਂ ਦਿਵਾਉਣਾ, 2 ਬੰਦਿਆਂ ਨੂੰ ਵਾਪਸ ਲਿਆਉਣਾ। ਸਾਡੇ 2 ਬੰਦੇ ਲੈਟਰ ਚੱਟੇ। ਵਾਪਸ ਆ ਗਿਆ, ਉਹ ਇੱਥੇ ਆ, ਕਿੱਥੇ ਤੁਹਾਨੂੰ